ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਅਵੀ ਬੰਸਲ ਤੁਹਾਨੂੰ ਅੱਜ ਇੱਕ ਤੁਹਾਡੇ ਪੰਜਾਬ ਪੁਲਿਸ ਜਾਂ ਪੰਜਾਬ ਦੇ ਕਿਸੇ ਵੀ ਪੇਪਰ ਲਈ ਸਭ ਤੋਂ ਇੰਪੋਰਟੈਂਟ ਟੌਪਿਕ ਕਰਾਉਣ ਜਾ ਰਿਹਾ ਤੁਹਾਡਾ ਕੌਨਸਟੀਟਿਊਸ਼ਨ। ਦੇਖੋ ਕੌਨਸਟੀਟਿਊਸ਼ਨ ਕਿਸੇ ਵੀ ਪੇਪਰ ਦਾ ਸਭ ਤੋਂ ਇੰਪੋਰਟੈਂਟ ਟੌਪਿਕ ਹੈ। ਕੌਨਸਟੀਟਿਊਸ਼ਨ ਕਹੂੰਗਾ ਜਾਂ ਮੈਂ ਪੋਲਿਟੀ ਕਹੂੰਗਾ, ਠੀਕ ਹੈ। ਤੁਹਾਨੂੰ ਇਹਦੇ ਵਿੱਚੋਂ ਪੂਰੇ ਬਟਾ ਪੂਰੇ ਨੰਬਰ ਦਵਾਉਣੇ ਮੇਰੀ ਜ਼ਿੰਮੇਵਾਰੀ, ਠੀਕ ਹੈ। ਤੇ ਆਪਣਾ ਜਿਹੜੇ ਵੀ ਤੁਹਾਡੇ ਹੁਣ ਆਪਾਂ ਸਮਝੋ ਇਹਦੀ ਤਿਆਰੀ ਸ਼ੁਰੂ ਕਿਵੇਂ ਕਰਾਂਗੇ, ਠੀਕ ਹੈ। ਇਸ ਟੌਪਿਕ ਨੂੰ ਖਤਮ ਕਿਵੇਂ ਕਰਾਂਗੇ ਆਪਾਂ, ਮੈਂ ਤੁਹਾਨੂੰ ਹਰ ਇੱਕ ਚੈਪਟਰ ਦੇ ਨੋਟਸ ਆਪ ਦਊਂਗਾ, ਠੀਕ ਹੈ। ਉਹ ਨੋਟਸ ਤੁਹਾਡੇ ਜਿਹੜੀ ਵੀ ਆਪਣੀ ਪੰਜਾਬ ਦੀ ਸਟੈਂਡਰਡ ਬੁੱਕਸ ਹੈ ਸਾਰਿਆਂ ਪੰਜਾਬ ਦੇ ਪੇਪਰਾਂ ਲਈ ਉਹਨਾਂ ਵਿੱਚੋਂ ਬਣਾਏ ਗਏ ਹਨ। ਤੇ ਨਾਲ ਹੀ ਤੁਹਾਨੂੰ ਮੈਂ MCQ ਦੀ ਪ੍ਰੈਕਟਿਸ ਕਰਵਾਊਂਗਾ, ਠੀਕ ਹੈ। ਤੇ ਹੁਣ ਸੰਵਿਧਾਨ ਆਪਾਂ ਪੜ੍ਹਨ ਜਾ ਰਹੇ ਹਾਂ, ਠੀਕ ਹੈ। ਪਹਿਲਾਂ ਤਾਂ ਥੋੜ੍ਹਾ ਜਿਹਾ ਯਾਰ ਉੱਠ ਕੇ ਜੋਸ਼ ਨਾਲ ਬੈਠੋ, ਠੀਕ ਹੈ। ਪੰਜਾਬ ਦੇ ਪੇਪਰ ਦੀ ਤਿਆਰੀ ਕਰਨੀ, ਜੋਸ਼ ਤੁਹਾਡੇ 'ਚ ਪੂਰਾ ਹੋਣਾ ਚਾਹੀਦਾ ਹੈ। ਤੇ ਇੱਕ ਗੱਲ ਹੋਰ ਸਮਝਾਉਣਾ, ਜਦੋਂ ਤੁਹਾਨੂੰ ਨੀਂਦ ਆਵੇ ਨਾ, ਤੁਹਾਨੂੰ ਮੈਂ ਇੱਕ ਮੰਤਰ ਦਿੰਦਾ, ਹਮੇਸ਼ਾ ਉਹੀ ਮੰਤਰ ਯਾਦ ਰੱਖਣਾ ਵੈ, 1/100। ਮੰਤਰ ਦਾ ਨਾਮ ਕੀ ਹੈ? 1/100। ਇਹ ਮੰਤਰ 1/100 ਬਣਿਆ ਕਿਵੇਂ ਤੁਹਾਡਾ? ਸਪੋਜ਼ ਕਰੋ, ਹੁਣ ਸਪੋਜ਼ ਕੀ ਕਰੋ, ਰਿਐਲਿਟੀ ਦੇ ਵਿੱਚ ਇੱਦਾਂ ਹੀ ਹੋਏਗਾ ਤੁਹਾਡੇ ਪੰਜਾਬ ਦਾ ਕੋਈ ਵੀ ਪੇਪਰ ਹੈ ਉਹਦੇ ਵਿੱਚ ਘੱਟੋ ਘੱਟ 1 ਲੱਖ ਬੱਚਾ ਦਾ ਫਾਰਮ ਤੁਹਾਡਾ ਆਉਂਦਾ ਹੀ ਆਉਂਦਾ ਹੈ। 1 ਲੱਖ ਬੱਚਾ ਦਾ ਆਉਂਦਾ ਹੀ ਆਉਂਦਾ, ਬਾਹਰਲੀ ਸਟੇਟਾਂ ਦਾ ਮਿਲਾ ਕੇ ਆਪਣੀ ਸਟੇਟਾਂ ਦਾ ਮਿਲਾ ਕੇ। ਤੇ ਸੀਟਾਂ ਕਿਸੇ ਵੀ ਪੇਪਰ ਲਈ ਕਿੰਨੀਆਂ ਆਉਂਦੀਆਂ ਤੁਹਾਡੀਆਂ? ਹਜ਼ਾਰ ਮੁਸ਼ਕਿਲ ਨਾਲ ਹੁੰਦੀਆਂ, ਠੀਕ ਹੈ। ਅਗਰ ਇਹਨੂੰ ਕੱਟਦੇ ਹਾਂ ਆਪਾਂ, ਆਪਣੇ ਕੋਲ ਕੀ ਬਚਦਾ? 1/100 1/100 ਮਤਲਬ ਇੱਕ ਸੀਟ ਮਗਰ ਤੁਹਾਡੇ ਕਿੰਨੇ ਜਾਣੇ ਆ? 100 ਜਾਣੇ ਆ। ਜੇ ਤੁਸੀਂ ਨਹੀਂ ਪੜ੍ਹੇ ਤਾਂ ਹੋਰ ਬਾਕੀ ਬੱਚੇ ਸਾਰੇ ਪੜ੍ਹ ਰਹੇ ਹੋਣਗੇ। ਇਸ ਕਰਕੇ ਆਪਣਾ ਪੂਰਾ ਜੋਸ਼ ਬਣਾਏ ਰੱਖਣਾ। 1 ਲੱਖ ਮੈਂ ਜ਼ਿਆਦਾ ਹੀ ਮੰਨਿਆ ਵਾ, ਠੀਕ ਹੈ। ਬੱਚੇ ਇਸ ਤੋਂ ਘੱਟ ਹੀ ਹੋਣਗੇ, 50-60 ਹਜ਼ਾਰ ਹੋ ਜਾਣਗੇ, 70 ਹਜ਼ਾਰ ਹੋ ਜਾਣਗੇ, ਪਰ ਇਸ ਤੋਂ ਘੱਟ ਨਹੀਂ ਹੁੰਦੇ, ਠੀਕ ਹੈ। ਇਸ ਕਰਕੇ ਆਪਣਾ ਜੋਸ਼ ਪੂਰਾ ਬਣਾਏ ਰੱਖਣਾ। ਮੈਂ ਵੀ ਆਪਣਾ ਪੂਰਾ ਵਾਹ ਲਗਾ ਦੂੰਗਾ ਤੁਹਾਨੂੰ ਪੇਪਰ ਕਲੀਅਰ ਕਰਵਾਉਣ ਲਈ, ਠੀਕ ਹੈ। ਤੁਸੀਂ ਵੀ ਆਪਣਾ ਪੂਰੀ ਜਾਨ ਮੇਰੇ ਨਾਲ ਬਣਾਈ ਰੱਖਣੀ ਹੈ। ਚਲੋ ਜੀ, ਦੇਖੋ ਸਭ ਤੋਂ ਪਹਿਲਾਂ ਆਪਣਾ ਟੌਪਿਕ ਹੈਗਾ ਜਿਹੜਾ ਆਪਣਾ ਆਉਂਦਾ, ਦੈਟ ਇਜ਼ ਕੌਨਸਟੀਟਿਊਸ਼ਨ। ਕੀ ਨਾਮ ਹੈ ਟੌਪਿਕ ਦਾ? ਕੌਨਸਟੀਟਿਊਸ਼ਨ। ਦੇਖੋ ਕੌਨਸਟੀਟਿਊਸ਼ਨ ਦਾ ਮਤਲਬ ਕੀ ਹੁੰਦਾ ਤੁਹਾਡਾ? ਸੰਵਿਧਾਨ। ਕੌਨਸਟੀਟਿਊਸ਼ਨ ਦੀ ਪੰਜਾਬੀ ਕੀ ਹੁੰਦੀ ਹੈ? ਸੰਵਿਧਾਨ। ਦੇਖੋ ਮੈਂ ਤੁਹਾਨੂੰ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਮਿਕਸ ਪੜ੍ਹਾਊਂਗਾ ਨੋਟਸ ਦੇ ਵਿੱਚ, ਠੀਕ ਹੈ। ਤੁਹਾਡੀ ਕੌਨਸਟੀਟਿਊਸ਼ਨ ਦੀ ਮਤਲਬ ਕੀ ਹੁੰਦਾ ਵੈ? ਸੰਵਿਧਾਨ। ਹੁਣ ਸਭ ਤੋਂ ਪਹਿਲਾਂ ਤਾਂ ਯਾਰ ਗੱਲ ਆਉਂਦੀ ਹੈ ਸੰਵਿਧਾਨ ਹੁੰਦਾ ਕੀ ਹੈ। ਦੇਖੋ ਸੰਵਿਧਾਨ ਮਤਲਬ ਬੇਸਿਕਲੀ ਉਹ ਰੂਲਸ ਐਂਡ ਰੈਗੂਲੇਸ਼ਨ ਜਿਨ੍ਹਾਂ ਦੇ ਨਾਲ ਕਿਸੇ ਵੀ ਦੇਸ਼ ਨੂੰ ਜਾਂ ਕਿਸੇ ਵੀ ਸਰਕਾਰ ਨੂੰ ਆਪਾਂ ਕੀ ਕਰਨੇ ਆ? ਚਲਾਉਂਦੇ ਆ। ਕਿਸੇ ਵੀ ਸਰਕਾਰ ਨੂੰ ਜਾਂ ਦੇਸ਼ ਨੂੰ ਆਪਾਂ ਚਲਾਉਂਦੇ ਆ, ਠੀਕ ਹੈ। ਹੁਣ ਜਦੋਂ ਆਪਾਂ ਅੰਗਰੇਜ਼ਾਂ ਦੇ ਗੁਲਾਮ ਸੀਗੇ, ਉਸ ਟਾਈਮ ਆਪਾਂ ਨੂੰ ਕੀ ਹੋਇਆ? ਆਪਾਂ ਨੂੰ ਹੋਇਆ ਕਿ ਯਾਰ ਆਪਾਂ ਆਜ਼ਾਦ ਹੋਈਏ। ਹੁਣ ਆਜ਼ਾਦੀ ਤੋਂ ਬਾਅਦ ਆਪਾਂ ਕੀ ਕਰਦੇ? ਅਗਰ ਆਪਾਂ ਨੂੰ ਆਪਣਾ ਦੇਸ਼ ਹੀ ਨਾ ਚਲਾਉਣਾ ਆਉਂਦਾ, ਜਾਂ ਉਸ ਟਾਈਮ ਨਾ ਜਦੋਂ ਆਪਾਂ ਅੰਗਰੇਜ਼ਾਂ ਦੇ ਗੁਲਾਮ ਸੀ ਨਾ, ਆਪਣੇ ਕਈ ਨੇਤਾਵਾਂ ਦੀ ਮੰਗ ਹੁੰਦੀ ਸੀ ਡੋਮੀਨੀਅਨ ਸਟੇਟਸ। ਪਹਿਲਾਂ ਤਾਂ ਸਮਝਦੇ ਡੋਮੀਨੀਅਨ ਸਟੇਟਸ ਕੀ ਹੁੰਦਾ ਹੈ। ਜਦੋਂ ਆਪਾਂ ਅੰਗਰੇਜ਼ਾਂ ਦੇ ਗੁਲਾਮ ਸੀ ਉਦੋਂ ਕੁਝ ਲੀਡਰਾਂ ਨੇ ਡਿਮਾਂਡ ਕੀਤੀ ਡੋਮੀਨੀਅਨ ਸਟੇਟਸ। ਦੇਖੋ ਡੋਮੀਨੀਅਨ ਸਟੇਟਸ ਦਾ ਮਤਲਬ ਹੈਗਾ ਕਿ ਰਾਜ ਸਾਡੇ ਉੱਪਰ ਅੰਗਰੇਜ਼ ਹੀ ਕਰਨਗੇ। ਰਾਜ ਕਿੰਨਾ ਦਾ ਹੋਊਗਾ ਸਾਡੇ ਉੱਪਰ? ਅੰਗਰੇਜ਼ਾਂ ਦਾ ਹੀ ਹੋਏਗਾ। ਪਰ ਜਿਹੜੀ ਸਰਕਾਰ ਆ ਉਹ ਇੰਡੀਅਨਸ ਚਲਾਉਣਗੇ। ਮਤਲਬ ਆਪਾਂ ਜਵਾਬਦੇਹੀ ਕਿਹਨੂੰ ਹੋਵਾਂਗੇ? ਅੰਗਰੇਜ਼ਾਂ ਨੂੰ ਹੀ ਹੋਵਾਂਗੇ, ਠੀਕ ਹੈ। ਪਰ ਉਹ ਆਪਣੇ ਕੁਝ ਲੀਡਰਾਂ ਨੇ ਸੋਚਿਆ ਕਿ ਯਾਰ ਅਗਰ ਡੋਮੀਨੀਅਨ ਸਟੇਟਸ ਮਿਲ ਵੀ ਗਿਆ ਤਾਂ ਵੀ ਆਪਾਂ ਤਾਂ ਪੂਰੇ ਤਰੀਕੇ ਨਾਲ ਆਜ਼ਾਦ ਹੋਏ ਹੀ ਨਹੀਂ ਗਏ। ਆਪਾਂ ਨੂੰ ਆਜ਼ਾਦੀ ਤਾਂ ਮਿਲੂਗੀ ਜੇ ਸਾਰੇ ਰੂਲਸ ਵਗੈਰਾ ਵੀ ਆਪਣੇ ਹੋਣ, ਮਤਲਬ ਸਾਰੇ ਦੇਸ਼ ਦੇ ਕਾਨੂੰਨ ਵੀ ਆਪਾਂ ਹੀ ਬਣਾਈਏ। ਫਿਰ ਆਪਣੇ ਦਿਮਾਗ 'ਚ ਆਇਆ, ਕਿਹਦਾ ਆਈਡੀਆ ਆਪਣਾ ਆਇਆ? ਸੰਵਿਧਾਨ ਦਾ। ਫਿਰ ਆਪਾਂ ਸੋਚਿਆ ਆਪਾਂ ਕੀ ਬਣਾਵਾਂਗੇ? ਇੱਕ ਕੌਨਸਟੀਟਿਊਸ਼ਨ, ਜਿਵੇਂ ਅੰਗਰੇਜ਼ਾਂ ਦਾ ਆਪਣਾ ਸੰਵਿਧਾਨ ਸੀਗਾ। ਹੁਣ ਕੌਨਸਟੀਟਿਊਸ਼ਨ ਬਣਾਉਣ ਲਈ ਆਪਾਂ ਨੂੰ ਇੱਕ ਜਗ੍ਹਾ ਇਕੱਠੇ ਹੋਣਾ ਪੈਣਾ ਸੀਗਾ। ਫਿਰ ਆਪਾਂ ਸੋਚਿਆ ਜਿਹੜੀ ਜਗ੍ਹਾ 'ਤੇ ਆਪਾਂ ਕੌਨਸਟੀਟਿਊਸ਼ਨ ਬਣਾਉਣਾ ਹੈ ਉਸ ਜਗ੍ਹਾ ਨੂੰ ਆਪਾਂ ਨਾਮ ਦਿੱਤਾ ਕੌਨਸਟੀਟਿਊਐਂਟ ਅਸੈਂਬਲੀ। ਕੀ ਨਾਮ ਦਿੱਤਾ ਆਪਾਂ? ਕੌਨਸਟੀਟਿਊਐਂਟ ਅਸੈਂਬਲੀ। ਆਈ ਹੋਪ ਦਾ ਪੁਆਇੰਟ ਇਜ਼ ਕਲੀਅਰ। ਕੌਨਸਟੀਟਿਊਐਂਟ ਅਸੈਂਬਲੀ ਤੁਹਾਡੀ ਉਹ ਜਗ੍ਹਾ ਸੀ ਜਿੱਥੇ ਬਹਿ ਕੇ ਆਪਾਂ ਆਪਣੇ ਸਾਰੇ ਕਾਨੂੰਨ ਵਗੈਰਾ ਕੀ ਕਰਨੇ ਸੀਗੇ? ਬਣਾਉਣੇ ਸੀ, ਜਾਂ ਦੇਸ਼ ਵਾਸਤੇ ਸਾਰੇ ਨਿਯਮ ਬਣਾਉਣੇ ਸੀਗੇ। ਹੁਣ ਥੋੜਾ ਇਤਿਹਾਸ ਦੇਖਦੇ ਆ ਇਸ ਚੀਜ਼ ਦਾ। ਆਈ ਹੋਪ ਤੁਹਾਨੂੰ ਇੱਥੇ ਤੱਕ ਪਤਾ ਲੱਗ ਗਿਆ ਹੋਵੇਗਾ। ਥੋੜਾ ਜਗਾਉਣ ਲਈ ਪੁੱਛ ਲੈਣਾ ਹੈ। ਆਪਣੀ ਇੱਕ ਨਾ ਯੂਨੀਅਨ ਟੈਰੀਟਰੀ ਹੈ ਅੰਡੇਮਾਨ ਨਿਕੋਬਾਰ, ਉਹਦੀ ਕੈਪੀਟਲ ਕੀ ਹੈ? ਸੋਚੋ, ਜਾਗੋ ਮਾੜਾ ਜਿਹਾ। ਅੰਡੇਮਾਨ ਨਿਕੋਬਾਰ ਦੀ ਕੈਪੀਟਲ ਮੈਂ ਦੱਸ ਦਿੰਦਾ, ਮੇਰੇ ਬੋਲਣ ਤੋਂ ਪਹਿਲਾਂ ਦੱਸੋ। ਅੰਡੇਮਾਨ ਨਿਕੋਬਾਰ ਦੀ ਕੈਪੀਟਲ ਹੈਗੀ ਆ ਪੋਰਟ ਬਲੇਅਰ। ਦੇਖੋ ਆਪਣੇ ਕਮਰੇ ਦੇ ਵਿੱਚ ਨਾ ਇੰਡੀਆ ਦਾ ਇੱਕ ਮੈਪ ਲਗਾਓ, ਨਕਸ਼ਾ ਲਗਾਓ ਤੇ ਆਪਣੇ ਦੇਸ਼ ਨੂੰ ਜਾਣੋ, ਠੀਕ ਹੈ। ਉਹ ਵੀ ਕਰਵਾਊਂਗਾ ਮੈਂ, ਉਹਦੇ ਬਾਰੇ ਸਾਰੀ ਜਾਣਕਾਰੀ ਦਊਂਗਾ। ਮੈਂ ਫੇਰ ਲਿਖ ਦਿੰਦਾ ਇੱਥੇ, ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਤੁਹਾਡੀ ਹੈਗੀ ਹੈ ਜੀ ਪੋਰਟ ਬਲੇਅਰ। ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਤੁਹਾਡੀ ਹੈਗੀ ਹੈ ਪੋਰਟ
ਬਲੇਅਰ। ਆਈ ਹੋਪ ਦਾ ਪੁਆਇੰਟ ਇਜ਼ ਕਲੀਅਰ। ਚੱਲਦਾ ਹੁਣ ਮੈਂ ਅੱਗੇ। ਹੁਣ ਆਪਾਂ ਅਗਲੀ ਚੀਜ਼ ਸਮਝੀਏ, ਆਪਣੇ ਸੰਵਿਧਾਨ ਤੇ ਵਾਪਸ ਆਈਏ। ਦੇਖੋ 1934 ਦੇ ਵਿੱਚ ਪਹਿਲੀ ਵਾਰ ਪੇਪਰ 'ਚ ਪੁੱਛਦਾ ਹੁੰਦਾ ਹੈ ਕਿਹੜੇ ਸਾਲ ਦੇ ਵਿੱਚ ਜਾਂ ਕੌਣ ਸੀ ਪਹਿਲਾ ਬੰਦਾ ਜਿਹਨੇ ਤੁਹਾਡੀ ਕੌਂਸਟੀਟਿਊਐਂਟ ਅਸੈਂਬਲੀ ਦੀ ਮੰਗ ਕੀਤੀ ਸੀਗੀ। ਕੌਂਸਟੀਟਿਊਐਂਟ ਅਸੈਂਬਲੀ ਦੀ ਪਹਿਲੀ ਵਾਰ ਮੰਗ ਕਿਹਨੇ ਕੀਤੀ ਸੀ? M.N. ਰॉय। ਵੈਰੀ ਵੈਰੀ ਇੰਪੋਰਟੈਂਟ ਪੁਆਇੰਟ, ਇਹਨੂੰ ਨੋਟ ਕਰਨਾ ਕਰ ਲਿਓ। ਵੈਸੇ ਤੁਹਾਡੇ ਕੋਲ PDF ਤਾਂ ਹੋਏਗਾ ਹੀ। ਆਪਣੇ ਸੰਵਿਧਾਨ ਦੀ ਮੰਗ ਪਹਿਲੀ ਵਾਰ ਕਿਹਨੇ ਕੀਤੀ ਸੀਗੀ? ਭਾਈ ਸਾਹਿਬ ਦਾ ਨਾਮ ਸੀਗਾ M.N. ਰॉय। ਠੀਕ ਹੈ ਜੀ। ਫਿਰ ਪੇਪਰ 'ਚ ਪੁੱਛਦਾ ਕਾਂਗਰਸ ਪਾਰਟੀ ਨੇ ਕਦੋਂ ਮੰਗ ਕੀਤੀ ਸੀਗੀ ਆਪਣੇ ਕੌਂਸਟੀਟਿਊਐਂਟ ਅਸੈਂਬਲੀ ਦੀ? 1935 'ਚ। ਸਾਲ ਕਿਹੜਾ ਸੀ ਸਾਧ ਸੰਗਤ ਜੀ? 1935। ਅੱਛਾ, ਇੱਕ ਚੀਜ਼ ਹੋਰ ਯਾਦ ਰੱਖਦਾ, ਹੁਣ ਜਿਵੇਂ ਤੁਹਾਨੂੰ ਦੱਸੀ ਜਾਊਂਗਾ, ਐਕਸਟਰਾ ਪੁਆਇੰਟ ਵੀ ਦੱਸੀ ਜਾਊਂਗਾ। ਕਾਂਗਰਸ ਪਾਰਟੀ ਦੀ ਸਥਾਪਨਾ ਯਾਦ ਰੱਖਣਾ 1885 'ਚ ਹੋਈ ਸੀ। ਕਦੋਂ ਹੋਈ ਸੀ? 1885 'ਚ। ਪੇਪਰ 'ਚ ਆ ਵੀ ਪੁੱਛ ਲੈਂਦਾ ਕਿ ਜਦੋਂ ਕਾਂਗਰਸ ਪਾਰਟੀ ਦੀ ਸਥਾਪਨਾ 1885 'ਚ ਹੋਈ, ਉਸ ਟਾਈਮ ਇਹਦਾ ਵਾਇਸਰॉय ਕੌਣ ਸੀਗਾ? ਉਸ ਟਾਈਮ ਇੰਡੀਆ ਦਾ ਵਾਇਸਰॉय ਸੀਗਾ ਲਾਰਡ ਡਫਰਿਨ। ਕੀ ਨਾਮ ਸੀਗਾ? ਲਾਰਡ ਡਫਰਿਨ। ਇਹ ਗੱਲਾਂ ਨਿੱਕੇ ਨਿੱਕੇ ਪੁਆਇੰਟਸ ਹੈ, ਯਾਦ ਲਿਖ ਲਿਓ, ਠੀਕ ਹੈ, ਨੋਟਬੁੱਕ ਤੇ ਆਪਣੀ। ਤੁਸੀਂ ਤਾਂ ਵੀਡੀਓ ਪੋਜ਼ ਕਰ ਸਕਦੇ ਹੋ, ਮੈਂ ਨਾਲ ਨਾਲ ਲਿਖੀ ਜਾਂਦਾ, ਇਰੇਜ਼ ਕਰੀ ਜਾਂਦਾ, ਠੀਕ ਹੈ ਜੀ। ਹੁਣ ਅਗਲਾ ਦੇਖੋ 1934 ਦੇ ਵਿੱਚ ਪਹਿਲੀ ਵਾਰ ਕਿਹਦੀ ਮੰਗ ਕੀਤੀ ਗਈ ਸੀ? ਕਿਹਦੀ ਮੰਗ ਕੀਤੀ ਗਈ ਸੀਗੀ? ਕੌਂਸਟੀਟਿਊਐਂਟ ਅਸੈਂਬਲੀ ਦੀ। ਕਿਹਦੇ ਦੁਆਰਾ? M.N. ਰॉय ਦੁਆਰਾ। ਤੇ ਕਾਂਗਰਸ ਪਾਰਟੀ ਨੇ ਕਿਹੜੇ ਸਾਲ 'ਚ ਕੀਤੀ ਸੀ? 1935 ਦੇ ਵਿੱਚ। ਇੱਥੇ ਤੱਕ ਗੱਲ ਕਲੀਅਰ। ਦੇਖੋ ਜਦੋਂ ਆਪਾਂ ਮੰਗ ਕਰੀ ਗਏ ਅੰਗਰੇਜ਼ਾਂ ਨੂੰ ਵੀ ਲੱਗਿਆ ਕਿ ਚੱਲ ਯਾਰ ਇਹਨਾਂ ਦੀ ਜਾਇਜ਼ ਮੰਗ ਹੈ, ਇਸ ਨੂੰ ਪੂਰਾ ਕਰਦੇ ਹਾਂ ਆਪਾਂ। ਪਰ ਅੰਗਰੇਜ਼ ਵੀ ਚਲਾਕ ਸੀਗੇ, ਉਹਨਾਂ ਨੇ ਆਪਾਂ ਨੂੰ ਆਪਣੀ ਮੰਗਾਂ ਮੰਨੀਆਂ ਤਾਂ ਸਹੀ, ਪਰ ਸਹੀ ਤਰੀਕੇ ਨਾਲ ਨਹੀਂ ਮੰਨਦੇ ਸੀਗੇ। ਪੇਪਰ 'ਚ ਪੁੱਛਦਾ ਹੈ ਕਿ ਸਭ ਤੋਂ ਪਹਿਲੀ ਵਾਰ ਜਦੋਂ ਅੰਗਰੇਜ਼ਾਂ ਨੇ ਆਪਣੀ ਆਹ ਮੰਗ ਮੰਨੀ ਕਾਹਦੀ? ਕੌਂਸਟੀਟਿਊਐਂਟ ਅਸੈਂਬਲੀ ਦੀ, ਉਹਨਾਂ ਨੇ ਕਿਹੜੇ ਸਾਲ 'ਚ ਮੰਨੀ ਸੀਗੀ? 1940। ਸਾਧ ਸੰਗਤ ਜੀ ਕਾਹਦੇ ਵਿੱਚ? 1940। 1940 'ਚੋਂ ਕੀ ਲੈ ਕੇ ਆਏ ਆਪਣੇ ਲਈ? ਅਗਸਤ ਆਫਰ। ਕੀ ਲੈ ਕੇ ਆਏ? ਅਗਸਤ ਆਫਰ। ਪੇਪਰ 'ਚ ਪੁੱਛੇਗਾ ਕਿ ਅੰਗਰੇਜ਼ਾਂ ਨੇ ਤੁਹਾਡੇ ਜਿਹੜਾ ਆਹ ਮੰਨਿਆ ਸੀਗਾ, ਤੁਹਾਡੀ ਮੰਗ ਮੰਨੀ ਸੀਗੀ, ਉਹ ਕਿਹੜੇ ਆਫਰ ਤਹਿਤ ਮੰਨੀ ਸੀਗੀ? ਅਗਸਤ ਆਫਰ ਦੇ ਤਹਿਤ। ਠੀਕ ਹੈ ਜੀ। ਪਰ ਜਦੋਂ ਇਹਨਾਂ ਨੇ ਮੰਗ ਮੰਨ ਲਈ, ਪਰ ਅੰਗਰੇਜ਼ਾਂ ਦੀ ਕੁਝ ਸ਼ਰਤਾਂ ਵੀ ਸੀ। ਉਹ ਸ਼ਰਤਾਂ ਡਿਟੇਲ 'ਚ ਨਹੀਂ ਪੜ੍ਹਨੀਆਂ, ਬਸ ਤੁਹਾਨੂੰ ਪੇਪਰ 'ਚ ਇੰਨਾ ਹੀ ਪੁੱਛੇਗਾ ਕਿਹੜੇ ਆਫਰ ਤਹਿਤ ਸਭ ਤੋਂ ਪਹਿਲੀ ਵਾਰ ਅੰਗਰੇਜ਼ਾਂ ਨੇ ਸਾਡੀ ਮੰਗ ਮੰਨੀ ਸੀਗੀ? ਅਗਸਤ ਆਫਰ, ਸਾਲ 1940। ਬਟ ਕਿਸੇ ਕਾਰਨ ਆਪਣੀ ਕੌਂਸਟੀਟਿਊਐਂਟ ਅਸੈਂਬਲੀ ਬਣ ਨਹੀਂ ਪਾਈ, ਕਿਉਂਕਿ ਅਗਸਤ ਆਫਰ ਦੇ ਕੁਝ ਪੁਆਇੰਟ ਇੱਦਾਂ ਦੇ ਸੀਗੇ ਜਿਹੜੇ ਕੁਝ ਪਾਰਟੀਆਂ ਨੂੰ ਮਨਜ਼ੂਰ ਨਹੀਂ ਸੀਗੇ। ਠੀਕ ਹੈ ਜੀ। ਤੇ ਇਸ ਕਰਕੇ ਹਜੇ ਆਪਣੀ ਕੌਂਸਟੀਟਿਊਐਂਟ ਅਸੈਂਬਲੀ ਨਹੀਂ ਬਣੀ। ਹੁਣ ਆਪਾਂ ਚੱਲਦੇ ਹਾਂ ਅੱਗੇ। ਹੁਣ ਆਪਾਂ ਕੌਂਸਟੀਟਿਊਐਂਟ ਅਸੈਂਬਲੀ ਬਣਾਉਣੀ ਹੈ, ਅੱਗੇ ਦੇਖੀਏ ਕਿ ਆਪਣੀ ਕੌਂਸਟੀਟਿਊਐਂਟ ਅਸੈਂਬਲੀ ਕਦੋਂ ਬਣੇਗੀ। ਹੁਣ ਦੇਖੋ ਉਸ ਤੋਂ ਬਾਅਦ ਸਾਲ 1942 ਕਿਹੜਾ ਆ ਗਿਆ ਸਾਧ ਸੰਗਤ ਜੀ? ਸਾਲ 1942। ਪੇਪਰ 'ਚ ਪੁੱਛੇਗਾ ਕਿਹੜੇ ਸਾਲ ਦੇ ਵਿੱਚ ਤੁਹਾਡਾ ਆਇਆ ਸੀਗਾ ਕ੍ਰਿਪਸ ਮਿਸ਼ਨ? ਸਾਲ 1942 ਵਿੱਚ ਆਇਆ ਕ੍ਰਿਪਸ ਮਿਸ਼ਨ। ਕ੍ਰਿਪਸ ਮਿਸ਼ਨ ਦੇ ਵਿੱਚ ਵੀ ਇਹਨਾਂ ਨੇ ਸਾਡੀ ਮੰਗ ਤਾਂ ਮੰਨ ਲਈ ਕਿ ਚੱਲ ਹਾਂ ਯਾਰ ਆਪਾਂ ਕੌਂਸਟੀਟਿਊਐਂਟ ਅਸੈਂਬਲੀ ਤੁਹਾਡੇ ਅਕੋਰਡਿੰਗ ਬਣਾ ਦਾਂਗੇ। ਪਰ ਇਸ ਟਾਈਮ ਕੀ ਹੋਇਆ? ਕਾਂਗਰਸ ਤੇ ਮੁਸਲਿਮ ਲੀਗ ਆਪਸ 'ਚ ਲੜ ਪਈ। ਇਸ ਟਾਈਮ ਕੀ ਹੋਇਆ? ਕਾਂਗਰਸ ਤੇ ਮੁਸਲਿਮ ਲੀਗ ਦੇ ਆਪਸ 'ਚ ਕੁਛ ਮਤਭੇਦ ਹੋ ਗਏ ਕਿ ਯਾਰ ਹਾਂ ਅਸੀਂ ਨਹੀਂ ਇਸ ਤਰੀਕੇ ਨਾਲ ਕੌਂਸਟੀਟਿਊਐਂਟ ਅਸੈਂਬਲੀ ਬਣਾਉਣਾ ਚਾਹੁੰਦੇ, ਕਿਉਂਕਿ ਮੁਸਲਿਮ ਲੀਗ ਹਮੇਸ਼ਾ ਆਪਣੀ ਪਾਕਿਸਤਾਨ ਦੀ ਡਿਮਾਂਡ ਤੇ ਰਹਿੰਦਾ ਸੀਗਾ ਤੇ ਕਾਂਗਰਸ ਚਾਹੁੰਦਾ ਸੀਗਾ ਕਿ ਆਪਾਂ ਸਾਰੇ ਇਕੱਠੇ ਰਹੀਏ। ਇਸ ਟਾਈਮ ਵੀ ਆਪਣੀ ਕੌਂਸਟੀਟਿਊਐਂਟ ਅਸੈਂਬਲੀ ਨਹੀਂ ਬਣ ਪਾਈ, ਮਤਲਬ ਕ੍ਰਿਪਸ ਮਿਸ਼ਨ ਵੀ ਦੇ ਨਾਲ ਵੀ ਨਹੀਂ ਬਣ ਪਾਈ। ਯਾਦ ਰੱਖਣਾ ਕ੍ਰਿਪਸ ਮਿਸ਼ਨ ਤੁਹਾਡਾ ਕਦੋਂ ਆਇਆ ਸੀਗਾ? ਸਾਲ 1942 ਦੇ ਵਿੱਚ। ਕਦੋਂ ਆਇਆ ਸੀਗਾ? ਸਾਲ 1942 ਦੇ ਵਿੱਚ। ਠੀਕ ਹੈ। ਇਹਦੇ ਨਾਲ ਵੀ ਆਪਣੀ ਡਿਮਾਂਡ ਕੀ ਹੋ ਗਈਆਂ? ਨਹੀਂ ਮੰਨੀ ਗਈਆਂ ਤੇ ਆਪਣੀ ਕੌਂਸਟੀਟਿਊਐਂਟ ਅਸੈਂਬਲੀ ਨਹੀਂ ਬਣੀ। ਫਿਰ 1946 ਆਇਆ, ਸਾਲ 1946। 1946 ਦੇ ਵਿੱਚ ਇੱਕ ਆਉਂਦਾ ਕੈਬਨਿਟ ਮਿਸ਼ਨ। ਕੀ ਆਉਂਦਾ ਸਾਧ ਸੰਗਤ ਜੀ? ਕੈਬਨਿਟ ਮਿਸ਼ਨ। ਦੇਖੋ ਤੁਹਾਨੂੰ ਪੇਪਰ 'ਚ ਕੁਐਸਚਨ ਆ ਆਏਗਾ ਕੈਬਨਿਟ ਮਿਸ਼ਨ ਦੇ ਵਿੱਚ ਕਿਹੜੇ 3 ਬੰਦੇ ਆਏ ਸੀਗੇ? ਦੇਖੋ ਉਹ 3 ਬੰਦਿਆਂ ਦੇ ਨਾਮ ਯਾਦ ਰੱਖਣਾ। ਇੱਕ ਦਾ ਨਾਮ ਹੈਗਾ A.V. ਅਲੈਗਜ਼ੈਂਡਰ, ਇੱਕ ਦਾ ਨਾਮ ਹੈਗਾ A.V. ਅਲੈਗਜ਼ੈਂਡਰ, ਇੱਕ ਦਾ ਨਾਮ ਹੈਗਾ ਪੈਥਿਕ ਲਾਰੈਂਸ ਤੇ ਤੀਜਾ ਬੰਦਾ ਸੀਗਾ ਸਟੈਫਰਡ ਕ੍ਰਿਪਸ। ਕੀ ਨਾਮ ਸੀਗਾ ਜੀ? ਆਹੀ ਉੱਪਰ ਜਿਹੜਾ ਕ੍ਰਿਪਸ ਮਿਸ਼ਨ ਲੈ ਕੇ ਆਇਆ ਸੀ, ਸਟੈਫਰਡ ਕ੍ਰਿਪਸ। ਇੰਨੀ ਗੱਲ ਪਤਾ ਲੱਗ ਗਈ। 3 ਬੰਦਿਆਂ ਦੇ ਨਾਮ ਯਾਦ ਰੱਖਣਾ ਜਿਹੜੇ ਤੁਹਾਡੇ ਕੈਬਨਿਟ ਮਿਸ਼ਨ 'ਚ ਆਏ ਸੀਗੇ, A.V. ਅਲੈਗਜ਼ੈਂਡਰ, ਪੈਥਿਕ ਲਾਰੈਂਸ ਐਂਡ ਸਟੈਫਰਡ ਕ੍ਰਿਪਸ। ਜਦੋਂ ਇਹਨਾਂ ਨੇ ਆਪਣਾ ਮਿਸ਼ਨ ਲਿਆਂਦਾ
ਆਏ ਇੰਡੀਆ ਦੇ ਵਿੱਚ। ਅੱਛਾ, ਇਹਨੂੰ ਕੈਬਨਿਟ ਮਿਸ਼ਨ ਇਸ ਲਈ ਕਹਿੰਦੇ ਆ ਕਿਉਂਕਿ ਆ ਤਿੰਨੋਂ ਬੰਦੇ ਬ੍ਰਿਟੇਨ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਸਨ। ਠੀਕ ਹੈ ਜੀ। ਤੇ ਇਹਨਾਂ ਨੇ ਆਪਣੇ ਕੈਬਨਿਟ ਮਿਸ਼ਨ ਨੇ ਮਨਜ਼ੂਰੀ ਦਿੱਤੀ ਕੌਂਸਟੀਟਿਊਐਂਟ ਅਸੈਂਬਲੀ ਦੀ। ਮੁਸਲਿਮ ਲੀਗ ਤਾਂ ਹਜੇ ਵੀ ਰੁੱਸੀ ਹੋਈ ਸੀ, ਉਹ ਤਾਂ ਮੰਨੀ ਨਹੀਂ। ਪਰ ਕਾਂਗਰਸ ਨੇ ਸੋਚਿਆ ਕਿ ਯਾਰ ਆਹੀ ਮੌਕਾ ਚੌਕਾ ਮਾਰਨ ਦਾ, ਆਪਾਂ ਆਪਣੇ ਦੇਸ਼ ਨੂੰ ਅੱਗੇ ਲੈ ਕੇ ਚੱਲੀਏ ਤੇ ਕੀ ਬਣਾਈਏ, ਆਪਾਂ ਇੱਕ ਕੌਂਸਟੀਟਿਊਐਂਟ ਅਸੈਂਬਲੀ ਬਣਾਈਏ। ਤਾਂ ਫਿਰ ਉਸ ਤਰੀਕੇ ਨਾਲ ਇੱਕ ਕੌਂਸਟੀਟਿਊਐਂਟ ਅਸੈਂਬਲੀ ਬਣੀ। ਹੁਣ ਮੈਂ ਇੱਕ ਕੁਛ ਗੱਲਾਂ ਇੱਥੇ ਲਿਖੀਆਂ ਨਹੀਂ ਨੋਟਸ 'ਚ, ਕਿਉਂ ਨਹੀਂ ਲਿਖੀ ਤੁਹਾਨੂੰ ਸਮਝਾਊਂਗਾ, ਉਹਨੂੰ ਸਮਝੋ ਪਹਿਲਾਂ ਉਹਨਾਂ ਗੱਲਾਂ ਨੂੰ। ਦੇਖੋ ਕੀ ਗੱਲ ਸਮਝਾਉਣਾ ਚਾਹੁੰਦਾ ਹੈ। ਦੇਖੋ ਜਦੋਂ ਆਪਾਂ ਅੰਗਰੇਜ਼ਾਂ ਦੇ ਗੁਲਾਮ ਸੀ ਨਾ, ਉਸ ਟਾਈਮ ਆਪਣੇ ਦੇਸ਼ ਦੇ ਵਿੱਚ ਕਾਫੀ ਚੀਜ਼ਾਂ ਸੀਗੀ। ਇੱਕ ਤਾਂ ਤੁਹਾਡੀ ਕਾਂਗਰਸ ਪਾਰਟੀ ਸੀਗੀ, ਇੱਕ ਤੁਹਾਡੀ ਮੁਸਲਿਮ ਲੀਗ, ਤੁਹਾਡੇ ਮੁਸਲਮਾਨਾਂ ਦੀ ਪਾਰਟੀ, ਤੇ ਤੀਜੇ ਨੰਬਰ ਤੇ ਰਾਜੇ ਰਜਵਾੜੇ, ਮਤਲਬ ਤੁਹਾਡੀਆਂ ਪ੍ਰਿੰਸਲੀ ਸਟੇਟਸ, ਮਤਲਬ ਉਹ ਸਟੇਟਾਂ ਜਿੱਥੇ ਸਿਰਫ ਰਾਜਿਆਂ ਦਾ ਰਾਜ ਸੀਗਾ। ਤੁਹਾਡੇ ਤਿੰਨ ਚੀਜ਼ਾਂ ਇਹ। ਜਦੋਂ ਕੌਂਸਟੀਟਿਊਐਂਟ ਅਸੈਂਬਲੀ ਬਣਨ ਦੀ ਵਾਰੀ ਆਈ ਨਾ, ਮੁਸਲਿਮ ਲੀਗ ਨੇ ਮਨਾ ਕਰਤਾ, ਅਸੀਂ ਨਹੀਂ ਆਵਾਂਗੇ। ਪ੍ਰਿੰਸਲੀ ਸਟੇਟਸ ਨੇ ਵੀ ਮਨਾ ਕਰਤਾ ਕਿ ਅਸੀਂ ਨਹੀਂ ਆਣਾ। ਯਾਰ ਇਹ ਤਾਂ ਗਲਤ ਗੱਲ ਹੋ ਗਈ, ਕਿਉਂਕਿ ਅੰਗਰੇਜ਼ਾਂ ਨੇ ਕਿਹਾ ਸੀਗਾ ਆਪਾਂ ਤੁਹਾਡੀ ਜਿਹੜੀ ਕੌਂਸਟੀਟਿਊਐਂਟ ਅਸੈਂਬਲੀ ਹੈ ਉਹਦੇ 'ਚ ਆਪਾਂ ਤੁਹਾਨੂੰ 399 ਸੀਟਾਂ ਦੇਵਾਂਗੇ। ਕਿੰਨੀਆਂ? 399। ਜਿਹੜੀ ਤਾਂ ਤੁਹਾਡੀ ਸਟੇਟਾਂ ਸੀਗੀ ਉਸ ਟਾਈਮ, ਜਿਹੜੀ ਸਟੇਟਸ ਹੁੰਦੀਆਂ ਸੀਗੀ ਉਹਦੇ ਵਿੱਚੋਂ ਤਾਂ ਵੋਟਾਂ ਪੈ ਕੇ ਬੰਦੇ ਆਣੇ ਸੀਗੇ। ਸਟੇਟਾਂ ਦੇ ਵਿੱਚੋਂ ਕਾਂਗਰਸ ਤੇ ਮੁਸਲਿਮ ਲੀਗ ਦੇ ਬੰਦਿਆਂ ਨੂੰ ਵੋਟਾਂ ਪੈਣੀਆਂ ਸੀਗੀ, ਤੇ ਉਹ ਤੁਹਾਡੇ ਫਿਰ ਕਿਹਦੇ ਵਿੱਚ ਆ ਕੇ ਬੈਠਦੇ? ਕੌਂਸਟੀਟਿਊਐਂਟ ਅਸੈਂਬਲੀ 'ਚ ਆ ਕੇ ਬੈਠਦੇ। ਤੇ ਪ੍ਰਿੰਸਲੀ ਸਟੇਟ 'ਚੋਂ ਕੀ ਹੋਣਾ ਸੀਗਾ? ਬੰਦੇ ਨੋਮੀਨੇਟ ਮਤਲਬ ਰਾਜਾ ਜੀ ਨੇ ਕਹਿਣਾ ਸੀਗਾ ਕਿ ਹਾਂ ਬਈ ਆਹ ਮੇਰਾ ਬੰਦਾ ਵੈ, ਇਹ ਬੈਠੂਗਾ ਜਾ ਕੇ ਕਿੱਥੇ? ਕੌਂਸਟੀਟਿਊਐਂਟ ਅਸੈਂਬਲੀ ਦੇ ਵਿੱਚ। ਬਟ ਹੋਇਆ ਕਿ ਮੁਸਲਿਮ ਲੀਗ ਤੇ ਪ੍ਰਿੰਸਲੀ ਸਟੇਟ ਮੰਨੇ ਹੀ ਨਹੀਂ। ਇਸ ਕਰਕੇ ਉਸ ਟਾਈਮ ਕੱਲੀ ਤੇ ਕੱਲੀ ਕੌਣ ਆਈ? ਤੁਹਾਡੀ ਕਾਂਗਰਸ ਪਾਰਟੀ ਆਈ। ਠੀਕ ਹੈ ਸਾਧ ਸੰਗਤ ਜੀ, ਇੰਨੀ ਗੱਲ ਪਤਾ ਲੱਗ ਗਈ ਹੋਏਗੀ ਤੁਹਾਨੂੰ, ਸੌਖਾ ਕੰਸੈਪਟ ਸੀਗਾ। ਹੁਣ ਇੱਥੇ ਕੰਸੈਪਟ ਸਮਝੋ ਅਗਲਾ। ਪੇਪਰ 'ਚ ਪੁੱਛਦਾ ਹੈ ਕਿ ਪਹਿਲੀ ਮੀਟਿੰਗ ਕਦੋਂ ਹੋਈ? ਕੌਂਸਟੀਟਿਊਐਂਟ ਅਸੈਂਬਲੀ ਦੀ ਪਹਿਲੀ ਮੀਟਿੰਗ ਕਦੋਂ ਹੋਈ? 9 ਦਸੰਬਰ 1946 ਤੋਂ ਲੈ ਕੇ 23 ਦਸੰਬਰ 1946। ਜਿਹੜਾ ਅਸ ਕੁਐਸਚਨ ਮਾਰਕ ਕੀਤਾ ਨਾ ਮੈਂ, ਇਹ ਤੁਹਾਨੂੰ ਨੈਬ ਤਹਿਸੀਲਦਾਰ ਦੇ ਪੇਪਰ 'ਚ ਆਇਆ ਸੀਗਾ ਕੁਐਸਚਨ ਕਿ ਪਹਿਲੀ ਮੀਟਿੰਗ ਕਦੋਂ ਹੋਈ ਸੀਗੀ। 9 ਦਸੰਬਰ 1946 ਤੋਂ ਲੈ ਕੇ 23 ਦਸੰਬਰ 1946। ਦੇਖੋ ਤੁਹਾਡੇ 'ਚੋਂ ਨਾ ਕਈ ਬੱਚੇ ਕਹਿੰਦੇ ਆ ਸਰ ਸਾਨੂੰ ਨਾ ਸਾਲ ਯਾਦ ਕਰਨੇ ਬਹੁਤ ਔਖੇ ਲੱਗਦੇ ਆ। ਯਾਰ ਸਾਲ ਯਾਦ ਕਰਨੇ ਕੋਈ ਔਖੇ ਨਹੀਂ ਹੈ। ਤੁਹਾਨੂੰ ਕਿਹੜਾ ਕਿਹਾ ਮੈਂ ਹੁਣ ਯਾਦ ਕਰੋ, ਸਾਰੇ ਇਕੱਠੇ ਯਾਦ ਕਰੋ। ਪੇਪਰ ਤੁਹਾਡਾ ਮਈ ਜੂਨ ਦੇ ਵਿੱਚ, ਜੁਲਾਈ ਵਿੱਚ ਜਾ ਕੇ ਹੋਣਾ ਵੈ। ਰੋਜ਼ ਥੋੜਾ ਥੋੜਾ ਕੰਮ ਕਰਦੇ ਜਾਓ, ਤੁਹਾਨੂੰ ਆਪਣੇ ਆਪ ਹੀ ਯਾਦ ਹੋ ਜਾਣਗੇ ਇਹ। ਸਮਝ ਗਏ? ਅਗਲਾ ਪੁਆਇੰਟ ਹੁਣ ਤੁਹਾਡੇ ਸਾਹਮਣੇ ਉਹ ਸੇਮ ਚੀਜ਼ ਹੀ ਲਿਖੀ ਹੋਈ ਹੈ ਕਿ ਕੌਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਤੁਹਾਡੀਆਂ ਕਿੰਨੀਆਂ ਸੀਟਾਂ ਸੀਗੀ? 399 ਸੀਟਾਂ। ਕਿੰਨੀਆਂ ਸੀਟਾਂ ਸੀਗੀ? 399 ਸੀਟਾਂ ਰੱਖੀਆਂ ਹੋਈਆਂ ਸੀਗੀ। ਪਰ ਮੁਸਲਿਮ ਲੀਗ ਨੇ ਤੇ ਪ੍ਰਿੰਸਲੀ ਸਟੇਟਸ ਨੇ ਕੀ ਕੀਤਾ? ਇਹਦਾ ਵਿਰੋਧ ਕੀਤਾ ਕਿ ਅਸੀਂ ਇਹਦੇ ਵਿੱਚ ਨਹੀਂ ਆਣਾ। ਠੀਕ ਹੈ ਜੀ। ਹੁਣ ਚੱਲਦੇ ਹਾਂ ਆਪਾਂ ਅਗਲੀ ਚੀਜ਼ ਨੂੰ ਡਿਸਕਸ ਕਰਦੇ ਹਾਂ। ਆਹ ਦੇਖੋ ਕੌਂਸਟੀਟਿਊਐਂਟ ਅਸੈਂਬਲੀ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀਗੀ? ਤੁਹਾਨੂੰ ਮੈਂ ਹੁਣੀ ਕਰਾ ਕੇ ਹਟਿਆ। ਕੌਂਸਟੀਟਿਊਐਂਟ ਅਸੈਂਬਲੀ ਦੀ ਤੁਹਾਡੀ ਪਹਿਲੀ ਮੀਟਿੰਗ ਹੋਈ ਸੀ 9 ਦਸੰਬਰ 1946 ਨੂੰ। ਮੁਸਲਿਮ ਲੀਗ ਨੇ ਬਾਈਕਾਟ ਕੀਤਾ ਐਂਡ ਮੁਸਲਿਮ ਲੀਗ ਕਹਿੰਦੀ ਸਾਨੂੰ ਕੀ ਚਾਹੀਦਾ? ਆਪਣਾ ਸੈਪਰੇਟ ਪਾਕਿਸਤਾਨ। ਅੱਛਾ, ਪਾਕਿਸਤਾਨ ਦੀ ਕੈਪੀਟਲ ਦੱਸੋ ਕੀ ਹੁੰਦੀ ਹੈ? 1 ਸੈਕਿੰਡ ਦੇ ਰਹੇ ਹਾਂ, ਸੋਚੋ। 5 ਸੈਕਿੰਡ ਦੇ ਦਿੱਤੇ। 1 2 3 4 5। ਦੇਖੋ ਪਾਕਿਸਤਾਨ ਦੀ ਕੈਪੀਟਲ ਹੁੰਦੀ ਹੈ ਇਸਲਾਮਾਬਾਦ। ਪਾਕਿਸਤਾਨ ਦੀ ਕੈਪੀਟਲ ਕੀ ਹੈ? ਇਸਲਾਮਾਬਾਦ। ਠੀਕ ਹੈ ਜੀ, ਯਾਦ ਰੱਖਣਾ ਇਸ ਚੀਜ਼ ਨੂੰ। ਤੁਹਾਨੂੰ ਮੈਂ ਨਾਲ ਨਾ ਜਿਓਗ੍ਰਾਫੀ ਦੇ ਵੀ ਕੁਐਸਚਨ ਕਰਵਾਏ, ਮਤਲਬ ਜਿਹੜੇ ਵੀ ਸਬਜੈਕਟ ਕੋਈ ਵੀ ਤੁਹਾਡਾ ਪੇਪਰ 'ਚ ਆਉਣਾ, ਮੈਂ ਸਾਰੇ ਇੰਪੋਰਟੈਂਟ ਗੱਲਾਂ ਚੱਕੀ ਜਾਊਂਗਾ। ਠੀਕ ਹੈ। ਹੁਣ ਆਹ ਦੇਖੋ, ਇਸ ਤੋਂ ਬਾਅਦ ਤੁਹਾਡਾ ਇੱਥੇ ਕੀ ਬਣ ਗਿਆ? ਪੇਪਰ 'ਚ ਪੁੱਛੇਗਾ ਕਿ ਪਹਿਲੀ ਮੀਟਿੰਗ ਅਟੈਂਡ ਕਿਹਨੇ ਕੀਤੀ? ਪਹਿਲੀ ਮੀਟਿੰਗ ਕਿਹਨੇ ਅਟੈਂਡ ਕੀਤੀ? ਦ ਫਸਟ ਮੀਟਿੰਗ ਵਾਜ਼ ਅਟੈਂਡਡ ਬਾਈ ਓਨਲੀ, ਕਿੰਨੇ ਮੈਂਬਰਸ ਨੇ ਅਟੈਂਡ ਕੀਤੀ? 211। ਪਹਿਲੀ ਮੀਟਿੰਗ ਸਿਰਫ ਤੇ ਸਿਰਫ ਕਿੰਨੇ ਬੰਦੇ ਨੇ ਅਟੈਂਡ ਕੀਤੀ? ਆਪਣੇ 211 ਮੈਂਬਰਸ ਨੇ। ਐਨੀ ਡਾਊਟ ਜੈਂਟਲਮੈਨ? ਅਗਰ ਕੋਈ ਹੋਇਆ ਵੀ ਯਾਰ ਕੋਈ ਦਿੱਕਤ ਨਹੀਂ ਹੈ, ਤੁਸੀਂ ਐਪਲੀਕੇਸ਼ਨ ਦੇ ਵਿੱਚ ਪੁੱਛ ਸਕਦੇ ਹੋ। ਠੀਕ ਹੈ, ਚਲੋ ਜੀ ਅਗਲਾ ਪੁਆਇੰਟ ਆਪਣਾ। ਹੁਣ ਅਗਲੇ ਪੇਜ ਤੇ ਚਲੀਏ ਆਪਾਂ। ਹੁਣ ਸੁਣੋ, ਜਦੋਂ ਆਪਣੀ ਕੌਂਸਟੀਟਿਊਐਂਟ ਅਸੈਂਬਲੀ ਬਣ ਗਈ, ਉਸ ਟਾਈਮ ਅਸੈਂਬਲੀ ਬਣਨ ਦੇ ਵਿੱਚ, ਅਸੈਂਬਲੀ ਜਦੋਂ ਬਣਾਈ ਗਈ, ਆਪਾਂ ਨੂੰ ਕਿਸੇ ਇੱਕ ਬੰਦੇ ਨੂੰ ਪ੍ਰੈਜ਼ੀਡੈਂਟ ਚੁਣਨਾ ਪੈਣਾ ਸੀਗਾ। ਪ੍ਰੈਜ਼ੀਡੈਂਟ ਇਸ ਲਈ ਕਿਉਂਕਿ ਦੇਖੋ ਬੰਦੇ ਸਾਰੇ ਬੈਠੇ ਆ, ਕੋਈ ਆਪਣਾ ਉਹ ਦੇ ਰਿਹਾ ਵੈ, ਆਪਣੇ ਵਿਚਾਰ ਦੱਸ ਰਿਹਾ, ਕੋਈ ਦੂਜਾ ਬੰਦਾ ਆਪਣੇ ਵਿਚਾਰ ਦੱਸ ਰਿਹਾ। ਪ੍ਰੈਜ਼ੀਡੈਂਟ ਦਾ ਕੰਮ ਸੀਗਾ ਉਹ ਸਾਰਿਆਂ ਦੇ ਵਿੱਚ ਇੱਕ ਸ਼ਾਂਤੀ ਦਾ ਮਾਹੌਲ ਬਣਾਏ ਰੱਖਣਾ। ਹੁਣ ਤੁਹਾਨੂੰ ਪੇਪਰ 'ਚ ਪੁੱਛੇਗਾ
कि ਤੁਹਾਡੇ ਜਿਹੜੀ ਕੌਂਸਟੀਟਿਊਂਟ ਅਸੈਂਬਲੀ ਦਾ ਪਹਿਲਾ ਟੈਂਪਰੇਰੀ ਪ੍ਰੈਜ਼ੀਡੈਂਟ ਜਾਂ ਟੈਂਪਰੇਰੀ ਪ੍ਰੈਜ਼ੀਡੈਂਟ ਕਿਹਨੂੰ ਬਣਾਇਆ ਗਿਆ ਸੀਗਾ? ਹੀ ਵਾਸ ਡਾਕਟਰ ਸੱਚੀਦਾਨੰਦ ਸਿਨਹਾ। ਕੀ ਨਾਮ ਸੀਗਾ? ਡਾਕਟਰ ਸੱਚੀਦਾਨੰਦ ਸਿਨਹਾ। ਵੈਰੀ ਵੈਰੀ ਇੰਪੋਰਟੈਂਟ ਪੁਆਇੰਟ, ਯਾਦ ਰੱਖਿਓ, ਪੇਪਰ 'ਚ ਕੁਐਸਚਨ ਪੁੱਛੇਗਾ ਕਿ ਤੁਹਾਡੇ ਪਹਿਲੇ ਟੈਂਪਰੇਰੀ ਪ੍ਰੈਜ਼ੀਡੈਂਟ ਦਾ ਕੀ ਨਾਮ ਸੀਗਾ? ਡਾਕਟਰ ਸੱਚੀਦਾਨੰਦ ਸਿਨਹਾ। ਆਪਣੇ ਦਿਮਾਗ 'ਚ ਇਹਨੂੰ 3-4 ਵਾਰ ਬੋਲੋ, ਯਾਦ ਹੋ ਜਾਏਗਾ। ਦੇਖੋ ਤੁਸੀਂ ਕਿਸੇ ਨਾਮ ਨੂੰ ਜਿੰਨੀ ਵਾਰ ਜ਼ਿਆਦਾ ਬੋਲੋਗੇ ਤੁਹਾਨੂੰ ਉਨੀ ਵਾਰ ਯਾਦ ਹੋਏਗਾ। 3-4 ਵਾਰ ਬੋਲੋ, ਯਾਦ ਹੋ ਜਾਏਗਾ। ਡਾਕਟਰ ਸੱਚੀਦਾਨੰਦ ਸਿਨਹਾ ਪਹਿਲੇ ਟੈਂਪਰੇਰੀ ਪ੍ਰੈਜ਼ੀਡੈਂਟ ਸੀਗੇ ਕਾਹਦੇ ਕੌਂਸਟੀਟਿਊਂਟ ਅਸੈਂਬਲੀ ਦੇ। ਠੀਕ ਹੈ ਜੀ। ਅਗਲਾ ਪੁਆਇੰਟ ਫਿਰ ਪੁੱਛੇਗਾ ਪਰਮਾਨੈਂਟ ਪ੍ਰੈਜ਼ੀਡੈਂਟ ਕਿਹਨੂੰ ਬਣਾਇਆ ਗਿਆ? ਪਰਮਾਨੈਂਟ ਪ੍ਰੈਜ਼ੀਡੈਂਟ ਬਣਾਇਆ ਗਿਆ ਡਾਕਟਰ ਰਾਜਿੰਦਰ ਪ੍ਰਸਾਦ। ਕਿਹਨਾਂ ਨੂੰ ਬਣਾਇਆ ਗਿਆ ਜੀ? ਡਾਕਟਰ ਰਾਜਿੰਦਰ ਪ੍ਰਸਾਦ। ਕੋਈ ਡਾਊਟ ਤੁਹਾਨੂੰ ਇੱਥੇ ਤੱਕ? ਚੱਲਾਂ ਅੱਗੇ। ਫਿਰ ਆਪਣੇ 2 ਵਾਈਸ ਪ੍ਰੈਜ਼ੀਡੈਂਟ ਬਣਾਏ ਗਏ। ਕੀ ਬਣਾਏ ਗਏ ਜੀ? 2 ਵਾਈਸ ਪ੍ਰੈਜ਼ੀਡੈਂਟ। ਕੀ ਨਾਮ ਸੀ ਉਹਨਾਂ ਦੇ? ਐਚ.ਸੀ. ਮੁਖਰਜੀ। ਕੀ ਨਾਮ ਸੀ ਉਹਨਾਂ ਦੇ? ਐਚ.ਸੀ. ਮੁਖਰਜੀ ਤੇ ਵੀ.ਟੀ. ਕ੍ਰਿਸ਼ਨਾਮਚਾਰੀ। ਐਚ.ਸੀ. ਮੁਖਰਜੀ ਤੇ ਵੀ.ਟੀ. ਕ੍ਰਿਸ਼ਨਾਮਚਾਰੀ ਇਹ 2 ਵਾਈਸ ਪ੍ਰੈਜ਼ੀਡੈਂਟ ਬਣਾਏ ਗਏ ਕਾਹਦੇ? ਆਪਣੇ ਕੌਂਸਟੀਟਿਊਂਟ ਅਸੈਂਬਲੀ ਦੇ। ਠੀਕ ਹੈ ਜੀ। ਯਾਰ ਫੰਡਾ ਸਿੰਪਲ ਹੀ ਹੈ, ਕੋਈ ਬਾਲਾ ਇਸ 'ਚੋਂ ਨਹੀਂ ਕਰਨਾ, ਸਿਰਫ ਇਹ ਯਾਦ ਕਰਨੀ ਚੀਜ਼ਾਂ। ਇਹ ਪਾਕਿਸਤਾਨ ਦੀ ਕੈਪੀਟਲ ਕੀ ਹੈ ਹੁਣੇ ਤੁਹਾਨੂੰ ਦੱਸ ਕੇ ਆਇਆ ਪਿੱਛੇ ਮੈਂ, ਆਪਣੇ ਦਿਮਾਗ 'ਚ ਯਾਦ ਕਰੋ। ਹਾਂ, ਅਗਲਾ ਪੁਆਇੰਟ ਪੇਪਰ 'ਚ ਪੁੱਛਦਾ ਹੈ ਆਪਣਾ ਨੈਸ਼ਨਲ ਫਲੈਗ ਆਪਾਂ ਕਦੋਂ ਅਡੋਪਟ ਕੀਤਾ? ਨੈਸ਼ਨਲ ਫਲੈਗ ਆਪਾਂ ਅਡੋਪਟ ਕੀਤਾ 22 ਜੁਲਾਈ 1947 ਨੂੰ। ਕਦੋਂ ਅਡੋਪਟ ਕੀਤਾ? 22 ਜੁਲਾਈ 1947 ਨੂੰ। ਠੀਕ ਹੈ ਜੀ। ਸਿੰਪਲ ਹੈ, ਕੁਛ ਇੱਥੇ ਤੁਹਾਨੂੰ ਘਬਰਾਹਟ ਤਾਂ ਨਹੀਂ ਪੈ ਰਹੀ ਹੋਵੇਗੀ, ਸਿੰਪਲ ਟੌਪਿਕ ਹੈ ਆਪਣਾ। ਫਿਰ ਉਸ ਤੋਂ ਬਾਅਦ ਪੁੱਛਦਾ ਹੈ ਉਹ ਆਪਾਂ ਨੂੰ ਪੇਪਰ ਦੇ ਵਿੱਚ ਕਿ ਆਪਾਂ ਆਪਣਾ ਨੈਸ਼ਨਲ ਐਂਥਮ ਕਦੋਂ ਅਡੋਪਟ ਕੀਤਾ ਸੀਗਾ ਜਾਂ ਕੌਂਸਟੀਟਿਊਂਟ ਅਸੈਂਬਲੀ ਨੇ ਕਦੋਂ ਕੀਤਾ ਸੀ? 24 ਜਨਵਰੀ 1950। 24 ਜਨਵਰੀ 1950। ਤੇ ਨੈਸ਼ਨਲ ਐਂਥਮ ਆਪਣਾ ਕੀ ਹੈ? ਹੁਣ ਸਾਰਿਆਂ ਨੂੰ ਪਤਾ ਹੀ ਹੈ, ਜਨ ਗਨ ਮਨ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਿੰਦਾ ਮੈਂ, ਜਨ ਗਨ ਮਨ। ਐਂਡ ਇਟ ਵਾਜ਼ ਰਿਟਨ ਬਾਏ ਰਵਿੰਦਰਨਾਥ ਟੈਗੋਰ। ਕਿਹਨਾਂ ਨੇ ਲਿਖਿਆ ਸੀ ਇਸਨੂੰ? ਆਪਣੇ ਰਵਿੰਦਰਨਾਥ ਟੈਗੋਰ ਜੀ ਨੇ। ਇਟ ਵਾਜ਼ ਰਿਟਨ ਬਾਏ ਰਵਿੰਦਰਨਾਥ ਟੈਗੋਰ। ਰਵਿੰਦਰਨਾਥ ਟੈਗੋਰ। ਅੱਛਾ, ਰਵਿੰਦਰਨਾਥ ਟੈਗੋਰ ਜੀ ਦੀ ਮੈਂ ਇੱਕ ਤੁਹਾਨੂੰ ਹੋਰ ਵੀ ਗੱਲ ਦੱਸ ਦਿੰਦਾ ਮੈਂ, ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀਗਾ ਲਿਟਰੇਚਰ ਦੇ ਵਿੱਚ। ਇੰਡੀਅਨ ਸੀਗੇ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਲਿਟਰੇਚਰ ਦੇ ਵਿੱਚ। ਇਹਨਾਂ ਦੀ ਕਵਿਤਾ ਸੀਗੀ, ਤਾਂ ਤੁਸੀਂ ਦੱਸਿਓ ਮੈਨੂੰ ਇਹਨਾਂ ਦੀ ਕਿਹੜੀ ਕਵਿਤਾ ਸੀ ਜਿਨ੍ਹਾਂ ਵਾਸਤੇ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀਗਾ। ਠੀਕ ਹੈ, ਉਸ ਕਵਿਤਾ ਦਾ ਨਾਮ ਜ਼ਰੂਰ ਦੱਸਿਓ। ਠੀਕ ਹੈ ਮੈਨੂੰ। ਚਲੋ ਜੀ, ਹੁਣ ਚਲੀਏ। ਵੈਸੇ ਮੈਂ ਲਿਖਤੀ ਹੈ ਇੱਥੇ, ਸਿਆਣੇ ਸਮਝ ਗਏ ਹੋਣਗੇ ਸਾਰੇ। ਅਗਲਾ ਪੁਆਇੰਟ ਆਪਣਾ, ਤੇ ਇਹਨਾਂ ਨੇ ਆਪਣਾ ਨੈਸ਼ਨਲ ਸੌਂਗ ਕਦੋਂ ਅਡੋਪਟ ਕੀਤਾ? 24 ਜਨਵਰੀ 1950 ਨੂੰ ਹੀ। ਤੇ ਆਪਣਾ ਨੈਸ਼ਨਲ ਸੌਂਗ ਕੀ ਹੈ? ਵੰਦੇ ਮਾਤਰਮ। ਆਵਰ ਨੈਸ਼ਨਲ ਸੌਂਗ ਇਜ਼ ਵੰਦੇ ਮਾਤਰਮ। ਤੇ ਇਹ ਕਿਹਨਾਂ ਨੇ ਲਿਖਿਆ? ਇਟ ਇਜ਼ ਰਿਟਨ ਬਾਏ ਬੰਕਿਮ ਚੰਦਰ ਚੈਟਰਜੀ। ਬੰਕਿਮ ਚੰਦਰ ਚੈਟਰਜੀ। ਬੰਕਿਮ ਚੰਦਰ ਚੈਟਰਜੀ। ਇਹਨਾਂ ਦਾ ਇੱਕ ਨੋਵਲ ਹੈ ਆਨੰਦ ਮੱਠ। ਪੇਪਰ 'ਚ ਆ ਵੀ ਕੁਐਸਚਨ ਆ ਜਾਂਦਾ ਹੈ। ਆਨੰਦ ਮੱਠ ਨੋਵਲ ਕਿਹਨਾਂ ਨੇ ਲਿਖਿਆ ਜੀ? ਇਹ ਵੀ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ ਹੈ। ਠੀਕ ਹੈ, ਕਲੀਅਰ ਹੈ। ਹੁਣ ਉਸ ਤੋਂ ਬਾਅਦ ਆਪਾਂ ਚੱਲੀਏ ਆਪਣੇ ਅਗਲੀ ਗੱਲ ਤੇ। ਲਿਖ ਲਿਓ। ਠੀਕ ਹੈ ਨਾ, ਪ੍ਰੀਵੀਅਸ ਇਹ ਵੀ ਹੋ ਗਿਆ। ਹਾਂਜੀ, ਹੁਣ ਆਪਣਾ ਅਗਲਾ ਪੁਆਇੰਟ ਪੇਪਰ 'ਚ ਪੁੱਛੇਗਾ ਤੁਹਾਡੇ ਇੰਡੀਆ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਕਦੋਂ ਚੁਣਿਆ ਗਿਆ ਸੀਗਾ? 24 ਜਨਵਰੀ 1950 ਨੂੰ ਹੀ ਇੰਡੀਆ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਦੇ ਚੋਣਾਂ ਵੀ ਹੋਈਆਂ ਸਨ। ਅਗਲਾ ਕੁਐਸਚਨ ਦੇਖੋ, ਇੰਪੋਰਟੈਂਟ ਕੁਐਸਚਨ ਹੈ। ਪੇਪਰ 'ਚ ਪੁੱਛੇਗਾ ਤੁਹਾਨੂੰ ਕਿ ਸੰਵਿਧਾਨ ਬਣਾਉਣ ਵਾਸਤੇ ਆਪਣੇ ਟੋਟਲ ਕਿੰਨੇ ਸੈਸ਼ਨ ਹੋਏ ਸੀਗੇ? 11 ਸੈਸ਼ਨ। ਸੰਵਿਧਾਨ ਬਣਾਉਣ ਲਈ 11 ਸੈਸ਼ਨ ਹੋਏ ਤੇ ਟਾਈਮ ਕਿੰਨਾ ਲੱਗਿਆ? 2 ਸਾਲ 11 ਮਹੀਨੇ 18 ਦਿਨ। ਮਤਲਬ ਆਪਾਂ 2 ਸਾਲ 11 ਮਹੀਨੇ 18 ਦਿਨ ਲਾ ਕੇ ਆਪਾਂ ਆਪਣਾ ਕੀ ਕੀਤਾ? ਸੰਵਿਧਾਨ ਤਿਆਰ ਕੀਤਾ।
2 ਸਾਲ 11 ਮਹੀਨੇ 18 ਦਿਨ ਲਾ ਕੇ ਆਪਣਾ ਸੰਵਿਧਾਨ ਕੀ ਕੀਤਾ ਆਪਾਂ ਸਾਧ ਸੰਗਤ ਜੀ ਤਿਆਰ ਕੀਤਾ। ਠੀਕ ਹੈ ਜੀ। ਹੁਣ 24 ਜਨਵਰੀ 1950 ਨੂੰ ਆਪਣਾ ਕੀ ਹੋ ਗਿਆ, ਸੰਵਿਧਾਨ ਅਸੈਂਬਲੀ ਦੀ ਫਾਈਨਲ ਮੀਟਿੰਗ ਹੋਈ। ਠੀਕ ਹੈ। ਹੁਣ ਤੁਹਾਨੂੰ ਅਗਲਾ ਜਿਹੜਾ ਪੁਆਇੰਟ ਪੁੱਛੇਗਾ ਉਸ ਤੇ ਧਿਆਨ ਦਿੰਦੇ ਆ। ਅਗਲਾ ਕੁਐਸਚਨ ਜਿਹੜਾ ਪੇਪਰ ਦੇ ਵਿੱਚ ਆਉਂਦਾ ਹੈ ਉਹ ਸੁਣੋ ਬੜੇ ਧਿਆਨ ਨਾਲ। ਹੁਣ ਨਾ ਕੁਝ ਕਮੇਟੀਆਂ ਬਣਾਈ ਗਈਆਂ ਸੀ। ਦੇਖੋ ਇੰਨਾ ਬੜਾ ਸੰਵਿਧਾਨ ਤਿਆਰ ਕਰਨਾ ਕਿਸੇ ਇੱਕ ਬੰਦੇ ਦੇ ਵੱਸ ਦੀ ਗੱਲ ਤਾਂ ਹੈ ਨਹੀਂ ਗੀ। ਹੋਇਆ ਕਿ ਅਲੱਗ-ਅਲੱਗ ਕਮੇਟੀਆਂ ਬਣਾਈ ਗਈਆਂ। ਅਲੱਗ-ਅਲੱਗ ਕੀ ਬਣਾਈਆਂ ਆਪਾਂ ਉਸ ਟਾਈਮ, ਕਮੇਟੀਆਂ ਬਣਾਈਆਂ। ਤੇ ਜਦੋਂ ਆਪਾਂ ਅਲੱਗ-ਅਲੱਗ ਕਮੇਟੀਆਂ ਬਣਾਈਆਂ ਉਹਨਾਂ ਦੇ ਤੁਸੀਂ ਮੈਂਬਰਸ ਯਾਦ ਕਰਨੇ ਆ। ਕਮੇਟੀਆਂ ਦੇ ਪ੍ਰਧਾਨ ਕੌਣ ਸੀਗੇ ਉਹਨਾਂ ਬਾਰੇ ਯਾਦ ਕਰਨਾ ਹੈ। ਉਹਦੇ ਉੱਪਰ ਤੁਹਾਨੂੰ ਪੇਪਰ ਦੇ ਵਿੱਚ ਕੀ ਆਉਂਦਾ ਹੈ, ਕੁਐਸਚਨ ਆਉਂਦਾ ਹੈ। ਸੁਣੋ ਜੀ, ਜਿਹੜੀ ਸਭ ਤੋਂ ਪਹਿਲੀ ਕਮੇਟੀ ਇੰਪੋਰਟੈਂਟ ਕਮੇਟੀ ਹੈ ਯੂਨੀਅਨ ਪਾਵਰ ਕਮੇਟੀ। ਪੇਪਰ 'ਚ ਕੁਐਸਚਨ ਪੁੱਛੇਗਾ ਇਹਦੇ ਹੈੱਡ ਕੌਣ ਸੀਗੇ, ਪੰਡਿਤ ਜਵਾਹਰ ਲਾਲ ਨਹਿਰੂ। ਇਹ ਕੁਐਸਚਨ ਆਇਆ ਵੀ ਹੋਇਆ ਪੇਪਰ 'ਚ। ਦੇਖੋ ਯੂਨੀਅਨ ਪਾਵਰ ਕਮੇਟੀ ਦਾ ਕੰਮ ਸੀਗਾ ਜਿਹੜੀ ਸੈਂਟਰ ਗਵਰਨਮੈਂਟ ਦੀ ਪਾਵਰ ਹੈ ਉਹਨੂੰ ਚੈੱਕ ਕਰਨਾ ਕਿ ਕੀ ਪਾਵਰ ਆ ਸੈਂਟਰ ਗਵਰਨਮੈਂਟ ਕੋਲ ਹੋਣੀ ਚਾਹੀਦੀਆਂ ਵੈ। ਫਿਰ ਯੂਨੀਅਨ ਕੌਂਸਟੀਟਿਊਸ਼ਨ ਕਮੇਟੀ, ਇਹਦੇ ਹੈੱਡ ਕੌਣ ਸੀਗੇ, ਪੰਡਿਤ ਜਵਾਹਰ ਲਾਲ ਨਹਿਰੂ। ਕਲੀਅਰ ਹੋਏਗਾ। ਅੱਛਾ ਇਹ ਕੁਐਸਚਨ ਦੱਸੋ, ਆਇਰਨ ਮੈਨ ਆਫ ਇੰਡੀਆ ਕਿਹਨੂੰ ਕਹਿੰਦੇ ਆਪਾਂ? ਆਇਰਨ ਮੈਨ ਆਫ ਇੰਡੀਆ ਕਿਹਨਾਂ ਨੂੰ ਕਿਹਾ ਜਾਂਦਾ ਹੈ? ਆਇਰਨ ਮੈਨ ਆਫ ਇੰਡੀਆ ਇਹ ਕਿਹਾ ਜਾਂਦਾ ਹੈ ਸਰਦਾਰ ਵੱਲਭ ਭਾਈ ਪਟੇਲ। ਕਿਹਨਾਂ ਨੂੰ ਕਹਿੰਦੇ ਆਪਾਂ? ਸਰਦਾਰ ਵੱਲਭ ਭਾਈ ਪਟੇਲ। ਤੁਹਾਨੂੰ ਮੈਂ ਇਹ ਵੀ ਦੱਸਦਾ ਕਿਉਂ ਕਿਹਾ ਜਾਂਦਾ ਹੈ ਇਹਨਾਂ ਨੂੰ ਆਇਰਨ ਮੈਨ ਆਫ ਇੰਡੀਆ। ਬੜੇ ਧਿਆਨ ਨਾਲ ਸੁਣਨਾ। ਇਹਨਾਂ ਨੂੰ ਆਪਾਂ ਆਇਰਨ ਮੈਨ ਆਫ ਇੰਡੀਆ ਇਸ ਲਈ ਕਹਿੰਦੇ ਆ ਕਿਉਂਕਿ ਦੇਖੋ ਜਦੋਂ ਆਪਣਾ ਦੇਸ਼ ਆਜ਼ਾਦ ਹੋਣ ਵਾਲਾ ਸੀ ਨਾ, ਆਪਣੇ ਦੇਸ਼ 'ਚ ਛੋਟੀ ਛੋਟੀ ਰਾਜ ਰਜਵਾੜਿਆਂ ਦੀ ਰਿਆਸਤਾਂ ਸੀਗੀ। ਕੁਛ ਜਾਣੇ ਇਹਨਾਂ 'ਚੋਂ ਕਹਿੰਦੇ ਕਿ ਆਪਾਂ ਇੰਡੀਆ ਨਾਲ ਜਾਣਾ ਹੀ ਨਹੀਂ, ਕਿ ਅਸੀਂ ਇੰਡੀਆ ਦਾ ਮੈਂਬਰ ਬਣਨਾ ਹੀ ਨਹੀਂ। ਯਾਰ ਜਦੋਂ ਇਹਨਾਂ ਨੇ ਕਹਿ ਤਾ ਕਿ ਅਸੀਂ ਇੰਡੀਆ ਦਾ ਮੈਂਬਰ ਬਣਨਾ ਹੀ ਨਹੀਂ ਆ, ਆਪਣਾ ਦੇਸ਼ ਤਾਂ ਅਲੱਗ-ਅਲੱਗ ਟੁਕੜਿਆਂ 'ਚ ਉਹ ਜਾਣਾ ਸੀਗਾ, ਵੰਡਿਆ ਜਾਣਾ ਸੀਗਾ। ਫਿਰ ਸਰਦਾਰ ਵੱਲਭ ਭਾਈ ਪਟੇਲ ਜੀ ਅੱਗੇ ਆਏ ਤੇ ਉਹਨਾਂ ਨੇ ਕਿਹਾ ਨਾ ਕਾਕਾ ਨਾ, ਰਹੇਗਾ ਤਾਂ ਸਾਡੇ ਨਾਲ ਹੀ ਰਹੇਗਾ। ਇਹਨਾਂ ਨੇ ਦੇਸ਼ ਨੂੰ ਜੋੜਿਆ। ਇਸ ਕਰਕੇ ਇਹਨਾਂ ਨੂੰ ਕੀ ਕਹਿੰਦੇ, ਲੋਹ ਪੁਰਸ਼। ਕੀ ਕਹਿੰਦੇ ਆ ਜੀ ਆਪਾਂ? ਲੋਹ ਪੁਰਸ਼ ਜਾਂ ਆਇਰਨ ਮੈਨ ਆਫ ਇੰਡੀਆ। ਠੀਕ ਹੈ ਜੀ, ਫੰਡਾ ਕਲੀਅਰ ਹੈ। ਹੁਣ ਉਸ ਤੋਂ ਬਾਅਦ ਅਗਲਾ ਪੁਆਇੰਟ ਦੇਖੋ। ਅੱਛਾ ਇੱਕ ਨਾ ਵੀ ਪੇਪਰ 'ਚ ਕੁਐਸਚਨ ਆਉਂਦਾ ਹੈ, ਇਹਨਾਂ ਨੂੰ ਸਰਦਾਰ ਕਿਉਂ ਕਿਹਾ ਜਾਂਦਾ ਹੈ? ਸਰਦਾਰ ਦੇਖੋ ਇੱਕ ਨਾ ਜਗ੍ਹਾ ਹੈ ਬਾਰਦੋਲੀ, ਨਾਮ ਕੀ ਹੈ ਜਗ੍ਹਾ ਦਾ? ਬਾਰਦੋਲੀ। ਬਾਰਦੋਲੀ ਸਾਲ 1928 ਦੀ ਗੱਲ ਹੈ। 1928 ਦੇ ਵਿੱਚ ਬਾਰਦੋਲੀ ਦੇ ਕਿਸਾਨਾਂ ਨੂੰ ਨਾ ਕਾਫੀ ਸਮੱਸਿਆ ਆਈ ਤੇ ਉਹਨਾਂ ਨੇ ਨਾ ਵੱਲਭ ਭਾਈ ਪਟੇਲ ਨੂੰ ਬੁਲਾਇਆ ਕਿ ਵੀਰੇ ਸਾਡੀ ਸਮੱਸਿਆ ਦੇਖੋ ਆ ਕੇ, ਅਸੀਂ ਤਾਂ ਬਹੁਤ ਔਖੇ ਆ ਇੱਥੇ, ਸਾਨੂੰ ਤਾਂ ਅੰਗਰੇਜ਼ ਤੰਗ ਬਹੁਤ ਕਰਦੇ ਆ। ਫਿਰ ਇੱਕ ਬੀਬੀ ਖੜੀ ਹੋਈ वल्लभ भाई पटेल ਨੂੰ ਕਹਿੰਦੀ तुम तो हमारे सरदार हो भैया जी, तुम तो हमारे क्या हो, सरदार हो। ਤੇ ਤਦ ਤੋਂ ਇਹਨਾਂ ਦਾ ਨਾਮ ਕੀ ਪੈ ਗਿਆ? ਸਰਦਾਰ ਵੱਲਭ ਭਾਈ ਪਟੇਲ। ਪੇਪਰ 'ਚ ਪੁੱਛ ਸਕਦਾ ਹੈ ਕਿ ਸਰਦਾਰ ਵੱਲਭ ਭਾਈ ਪਟੇਲ ਨਾਮ ਇਹਨਾਂ ਦਾ ਕਦੋਂ ਕਿੱਥੋਂ ਪਿਆ ਸੀਗਾ? ਤੁਹਾਡੇ ਆਪਣੇ ਬਾਰਦੋਲੀ ਤੋਂ। ਠੀਕ ਹੈ ਜੀ। ਆਈ ਹੋਪ ਦਾ ਪੁਆਇੰਟ ਇਜ਼ ਕਲੀਅਰ ਟਿਲ ਨਾਓ। ਪਤਾ ਕੁਛ ਨਹੀਂ ਹੈ ਯਾਰ, ਸੌਖਾ ਟੌਪਿਕ ਹੈ। ਆਪਾਂ ਇੰਨੀ ਘਬਰਾਹਟ ਤਾਂ ਪਾਣੀ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ। ਪੂਰਾ ਸਾਇੰਸ ਪੂਰੀ ਜੀ ਕੇ ਆਪਾਂ ਐਨ ਸੁੱਖ ਸ਼ਾਂਤੀ ਨਾਲ, ਪਤਾ ਵੀ ਨਹੀਂ ਲੱਗਣਾ ਕਦੋਂ ਖਤਮ ਹੋ ਜਾਣੀ ਹੈ ਆਪਣੀ। ਠੀਕ ਹੈ ਜੀ। ਹੁਣ ਅਗਲਾ ਸਮਝੋ। ਹੁਣ ਅਗਲੀ ਕਮੇਟੀ ਆਉਂਦੀ ਤੁਹਾਡੀ ਪ੍ਰੋਵਿੰਸ਼ੀਅਲ ਕੌਂਸਟੀਟਿਊਸ਼ਨ ਕਮੇਟੀ। ਸਿੰਪਲ ਮਤਲਬ ਕਿ ਤੁਹਾਡੇ ਜਿਹੜੇ ਪ੍ਰੋਵਿੰਸ, ਅੱਛਾ ਪ੍ਰੋਵਿੰਸ ਕੀ ਹੁੰਦੇ ਕਈਆਂ ਨੂੰ ਆ ਨਹੀਂ ਪਤਾ ਲੱਗਦਾ। ਜਿਹੜੀਆਂ ਸਟੇਟਾਂ ਹੁੰਦੀਆਂ ਨਾ, ਸਟੇਟਸ ਨੂੰ ਹੀ ਆਪਾਂ ਕੀ ਕਹਿੰਦੇ ਆ? ਪ੍ਰੋਵਿੰਸ। ਅੱਛਾ ਇੱਕ ਚੀਜ਼ ਦੱਸੋ, ਆਪਣੀਆਂ ਟੋਟਲ ਸਟੇਟਸ ਕਿੰਨੀਆਂ? ਆਪਸ਼ਨ ਦਿੰਨਾ ਮੈਂ, ਚੁਣੀਓ। ਠੀਕ ਹੈ, ਇਹਦੇ ਚੋਂ 27 28 29 ਜਾਂ 30 ਟੋਟਲ ਸਟੇਟਸ ਕਿੰਨੀਆਂ ਹੈ ਇੰਡੀਆ ਦੇ ਵਿੱਚ? ਸੌਖਾ ਜਿਹਾ ਕੁਐਸਚਨ ਹੈ। ਠੀਕ ਹੈ, ਸੋਚ ਲਓ ਇੱਕ ਵਾਰ ਦਿਮਾਗ 'ਚ। ਜਿਹਨੇ ਤਾਂ 29 ਸੋਚਿਆ ਹੋਇਆ ਗਲਤ ਹੈ, 30 ਵੀ ਗਲਤ ਹੈ। ਯਾਦ ਰੱਖਣਾ ਟੋਟਲ ਸਟੇਟਸ ਆਪਣੀਆਂ 28 ਹੈ ਕਿਉਂਕਿ ਜੰਮੂ ਕਸ਼ਮੀਰ ਨੂੰ ਆਪਾਂ ਹੁਣ ਕੀ ਬਣਾਤਾ ਸੀਗਾ? ਯੂਨੀਅਨ ਟੈਰੀਟਰੀ। ਕੀ ਬਣਾਇਆ ਸੀਗਾ? ਯੂਨੀਅਨ ਟੈਰੀਟਰੀ। ਇੱਥੋਂ ਆਪਾਂ ਕਿਹੜਾ ਆਰਟੀਕਲ ਰਿਮੂਵ ਕਰਤਾ ਸੀਗਾ? ਆਰਟੀਕਲ 370 ਖਤਮ ਕਰਤਾ ਸੀਗਾ। ਹੁਣ ਅਗਲੀ ਕਮੇਟੀ ਰੂਲਸ ਆਫ ਪ੍ਰੋਸੀਜਰ ਕਮੇਟੀ। ਪੇਪਰ 'ਚ ਪੁੱਛੇਗਾ ਰੂਲਸ ਆਫ ਪ੍ਰੋਸੀਜਰ ਕਮੇਟੀ ਦੇ ਪ੍ਰਧਾਨ ਕੌਣ ਸੀਗੇ? ਡਾਕਟਰ ਰਜਿੰਦਰ ਪ੍ਰਸਾਦ। ਕੀ ਨਾਮ ਇਹਨਾਂ ਦਾ? ਡਾਕਟਰ ਰਜਿੰਦਰ ਪ੍ਰਸਾਦ। ਸਟੇਟਸ ਕਮੇਟੀ ਵੈਰੀ 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 ਇੰਪੋਰਟੈਂਟ ਕਮੇਟੀ। ਇਹ ਕਮੇਟੀ ਦਾ ਕੰਮ ਕੀ ਸੀਗਾ? ਕਿ ਹਰ ਇੱਕ ਸਟੇਟ ਨਾਲ ਨੈਗੋਸ਼ੀਏਟ ਕਰਨਾ,
ਹਰ ਇੱਕ ਸਟੇਟ ਨਾਲ ਨੈਗੋਸ਼ੀਏਟ ਕਰਨਾ ਕਿ ਭਈਆ ਤੁਸੀਂ ਜਦੋਂ ਸਾਡੇ ਸੈਂਟਰ 'ਚ ਦੇਸ਼ 'ਚ ਰਹੋਗੇ, ਆਪਣੇ ਦੇਸ਼ ਵਿੱਚ ਆਹ ਕੰਡੀਸ਼ਨਾਂ ਹੋਣਗੀਆਂ। ਇਹਨਾਂ ਦਾ ਰਾਜੀਨਾਮੇ ਦਾ ਕੰਮ ਕਿਹਦੇ ਹਵਾਲੇ ਸੀਗਾ? ਪੰਡਿਤ ਜਵਾਹਰ ਲਾਲ ਨਹਿਰੂ ਦੇ। ਠੀਕ ਹੈ ਜੀ। ਅਗਲਾ ਆਉਂਦਾ ਹੈ ਸਟੀਅਰਿੰਗ ਕਮੇਟੀ। ਸਾਧ ਸੰਗਤ ਜੀ, ਅਗਲੀ ਕਮੇਟੀ ਕਿਹੜੀ ਹੈ? ਸਟੀਅਰਿੰਗ ਕਮੇਟੀ। ਸਟੀਅਰਿੰਗ ਕਮੇਟੀ ਦੇ ਹੈੱਡ ਕੌਣ ਸੀਗੇ? ਡਾਕਟਰ ਰਜਿੰਦਰ ਪ੍ਰਸਾਦ। ਡਾਕਟਰ ਰਜਿੰਦਰ ਪ੍ਰਸਾਦ। ਦੇਖੋ, ਹਰ ਇੱਕ ਗੱਡੀ ਦਾ ਜਿਵੇਂ ਸਟੀਅਰਿੰਗ ਹੁੰਦਾ ਨਾ, ਉਸੇ ਤਰ੍ਹਾਂ ਤੁਹਾਡੀ ਇੱਕ ਇਹਦੀ ਕਮੇਟੀ ਦਾ ਵੀ, ਕੌਂਸਟੀਟਿਊਂਟ ਅਸੈਂਬਲੀ ਦਾ ਵੀ ਕੀ ਬਣਾਇਆ ਗਿਆ ਸੀਗਾ? ਸਟੀਅਰਿੰਗ ਬਣਾਇਆ ਗਿਆ ਸੀਗਾ। ਠੀਕ ਹੈ। ਹੁਣ ਇੱਥੇ ਸਟੀਅਰਿੰਗ ਦਾ ਮਤਲਬ ਚਲੋ ਤੁਹਾਨੂੰ ਹੋਰ ਅੱਗੇ ਜਾ ਕੇ ਸਮਝ ਆਉਂਦਾ ਮੈਂ ਇਸ ਚੀਜ਼ ਨੂੰ। ਮੈਂ ਪਹਿਲਾਂ ਇੱਕ ਲਾਹ ਕਮੇਟੀ ਇੰਪੋਰਟੈਂਟ ਕਰ ਲਈਏ। ਅਗਲੀ ਆਉਂਦੀ ਡਰਾਫਟਿੰਗ ਕਮੇਟੀ। ਦੇਖੋ, ਡਰਾਫਟਿੰਗ ਕਮੇਟੀ ਦਾ ਕੰਮ ਕੀ ਹੁੰਦਾ? ਡਰਾਫਟਿੰਗ ਕਮੇਟੀ ਕੀ ਕਰਦੀ ਸੀਗੀ? ਆਹ ਜਿਹੜੀ ਸਾਰੀਆਂ ਕਮੇਟੀਆਂ ਹੈਗੀਆਂ ਵਾ, ਇਹ ਆਪਣਾ ਸਾਰਾ ਡਾਟਾ ਲਿਆ ਕੇ ਦਿੰਦੀ ਸੀ ਡਰਾਫਟਿੰਗ ਕਮੇਟੀ ਨੂੰ। ਤੇ ਡਰਾਫਟਿੰਗ ਕਮੇਟੀ ਫਿਰ ਇਹਨਾਂ ਨੂੰ ਇੱਕ ਪੂਰੀ ਫਾਈਲ ਦੇ ਵਿੱਚ ਕੀ ਕਰਦੀ ਸੀ? ਡਰਾਫਟ ਕਰਦੀ ਸੀਗੀ। ਉਹਦਾ ਇੱਕ ਜਿਵੇਂ ਕਹਿੰਦੇ ਨਾ ਆਪਣੀ ਕੱਚਾ ਪਲਾਨ ਤਿਆਰ ਕਰਦੀ ਸੀ ਡਰਾਫਟਿੰਗ ਕਮੇਟੀ। ਬਾਅਦ 'ਚ ਉਹਨੂੰ ਕੀ ਬਣਾਉਂਦੀ ਸੀਗੀ? ਫਾਈਨਲ ਕਰਦੀ ਸੀਗੀ। ਬਹੁਤ ਇੰਪੋਰਟੈਂਟ ਕਮੇਟੀ ਹੈ। ਤੁਹਾਨੂੰ ਪੇਪਰ 'ਚ ਪੁੱਛੇਗਾ ਡਰਾਫਟਿੰਗ ਕਮੇਟੀ ਦੇ ਹੈੱਡ ਕੌਣ ਸੀਗੇ? ਡਰਾਫਟਿੰਗ ਕਮੇਟੀ ਦੇ ਹੈੱਡ ਸੀਗੇ ਤੁਹਾਡੇ BR ਅੰਬੇਦਕਰ। ਚੇਅਰਮੈਨ ਕੌਣ ਸੀਗੇ? ਡਾਕਟਰ BR ਅੰਬੇਦਕਰ। ਸਾਧ ਸੰਗਤ ਜੀ, ਸਮਝ ਆ ਰਿਹਾ ਹੋਏਗਾ, ਸਿੰਪਲ ਗੱਲਾਂ ਹੀ ਹੈ, ਕੁਝ ਬਾਹਲਾ ਔਖਾ ਨਹੀਂ ਕਰਵਾ ਰਿਹਾ। ਡਰਾਫਟਿੰਗ ਕਮੇਟੀ ਸਮਝ ਆ ਗਿਆ। ਹੁਣ ਡਰਾਫਟਿੰਗ ਕਮੇਟੀ ਦੇ ਜਿਹੜੇ ਤੁਹਾਡੇ 7 ਮੈਂਬਰ ਸੀਗੇ, ਉਹਨਾਂ ਦੇ ਧਿਆਨ ਨਾਲ ਨਾਮ ਯਾਦ ਰੱਖਣਾ। ਠੀਕ ਹੈ। ਪੇਪਰ 'ਚ ਆਉਣ ਦੀ ਬੜੀ ਸੰਭਾਵਨਾ ਰਹਿੰਦੀ ਹੈ ਇਹਨਾਂ ਦੇ। ਪੂਰੇ ਨਾਮ ਤਾਂ ਨਹੀਂ ਆਉਂਦੇ ਮੈਂਬਰਸ ਦੇ, ਪਰ ਆਪਾਂ ਕੁਝ ਛੱਡ ਕੇ ਨਹੀਂ ਜਾਣਾ। ਠੀਕ ਹੈ। ਸਬ ਇੰਸਪੈਕਟਰ ਵਾਲੇ ਨੂੰ ਪੁੱਛ ਸਕਦਾ ਹੈ ਉਹ। ਦੇਖੋ, ਜਿਹੜੀ ਤੁਹਾਡੀ ਡਰਾਫਟਿੰਗ ਕਮੇਟੀ ਸੀਗੀ, ਡਰਾਫਟਿੰਗ ਕਮੇਟੀ ਪਹਿਲਾਂ ਤਾਂ ਤੁਹਾਡੇ ਕਿੰਨੇ ਮੈਂਬਰ ਸੀਗੇ? 7 ਮੈਂਬਰ ਸੀਗੇ। ਡਾਕਟਰ BR ਅੰਬੇਦਕਰ ਚੇਅਰਮੈਨ ਸੀਗੇ। ਇਹਦੀ ਮੈਂ ਟ੍ਰਿਕ ਲਿਖੀ ਬਣਾਈ ਹੋਈ ਹੈ। ਇਹਦੀ ਟ੍ਰਿਕ ਹੈਗੀ ਹੈ ਬੈਨ ਕਰੋ STN। ਦੇਖੋ, ਤੁਹਾਨੂੰ ਹੁਣੇ ਥੋੜੀ ਔਖੀ ਲੱਗ ਰਹੀ ਹੋਊਗੀ, ਪਰ ਜਦੋਂ ਵਾਰੀ ਦਿਨ 'ਚ 5-6 ਵਾਰ ਰਿਵਾਈਜ਼ ਕਰ ਲਿਆ ਕਰੋਗੇ ਨਾ, ਫਿਰ ਤੁਹਾਨੂੰ ਸੌਖੀ ਲੱਗੂਗੀ। ਦੇਖੋ, B ਤੋਂ ਤਾਂ ਤੁਹਾਡਾ ਕੀ ਹੋ ਗਿਆ? BR ਅੰਬੇਦਕਰ ਜੀ। A ਤੋਂ ਕੌਣ ਹੋ ਗਿਆ? ਅਲਾਦੀ ਕ੍ਰਿਸ਼ਨ ਸਵਾਮੀ ਅਈਅਰ। N ਤੋਂ N ਮਾਧਵ ਰਾਓ ਜੀ ਹੋ ਗਏ। ਫਿਰ ਉਸ ਤੋਂ ਬਾਅਦ ਤੁਹਾਡਾ, ਇੱਕ ਮਿੰਟ ਪੈਨ ਚੇਂਜ ਕਰਨਾ ਮੈਂ। ਫਿਰ K ਤੋਂ ਤੁਹਾਡੇ ਹੋ ਗਏ ਆਪਣੇ, ਕਿੱਥੇ ਗਏ? ਡਾਕਟਰ KM ਮੁੰਸ਼ੀ। ਫਿਰ K ਤੋਂ KM ਮੁੰਸ਼ੀ। ਠੀਕ ਹੈ। S ਤੋਂ ਸੈयद ਮੁਹੰਮਦ ਸਦੂਲਾ। S ਤੋਂ ਕੌਣ ਹੋ ਗਏ? ਸੈयद ਮੁਹੰਮਦ ਸਦੂਲਾ ਜੀ। ਫਿਰ T ਤੋਂ ਕਿਹੜੇ ਭਾਈ ਸਾਹਿਬ ਆ ਗਏ ਤੁਹਾਡੇ? TT ਕ੍ਰਿਸ਼ਨਾਮਚਾਰੀ। ਫਿਰ ਤੁਹਾਡੇ ਕਿਹੜੇ ਭਾਈ ਸਾਹਿਬ ਰਹਿ ਗਏ? N ਤੋਂ ਤੁਹਾਡੇ ਰਹਿ ਗਏ N ਗੋਪਾਲਾਸਵਾਮੀ ਅਯੰਗਰ। ਹੁਣ ਤੁਹਾਨੂੰ ਟ੍ਰਿਕ ਯਾਦ ਹੋਊਗੀ, ਬੈਨ ਕਰੋ STN। ਠੀਕ ਹੈ ਜੀ। ਆਹ ਜਿਹੜੀ ਤੁਹਾਡੀ ਸੀਗੀ ਡਰਾਫਟਿੰਗ ਕਮੇਟੀ, ਆ ਵੀ ਯਾਦ ਰੱਖ ਲੈਣਾ ਸਾਧ ਸੰਗਤ ਜੀ ਕਿ N ਮਾਧਵ ਰਾਓ ਨੇ ਕਿਹਨਾਂ ਨੂੰ ਰਿਪਲੇਸ ਕੀਤਾ ਸੀਗਾ? BL ਮਿੱਤਰ। ਮਤਲਬ ਸ਼ੁਰੂ ਦੇ ਵਿੱਚ BL ਮਿੱਤਰ ਮੈਂਬਰ ਸੀਗੇ, ਬਟ ਇਹਨਾਂ ਨੂੰ ਹਟਾ ਦਿੱਤਾ ਗਿਆ ਕਿਉਂਕਿ ਇਹਨਾਂ ਦੀ ਹੈਲਥ ਸਹੀ ਨਹੀਂ ਸੀ, ਵਿਚਾਰੇ ਬਿਮਾਰ ਸੀਗੇ। ਫਿਰ TT ਕ੍ਰਿਸ਼ਨਾਮਚਾਰੀ ਨੇ ਕਿਹਨੂੰ ਰਿਪਲੇਸ ਕੀਤਾ ਸੀਗਾ? DP ਖੇਤਾਨ। ਕਿਹਨਾਂ ਨੂੰ ਕੀਤਾ ਸੀਗਾ? DP ਖੇਤਾਨ। ਇਹਨਾਂ ਦੀ ਡੈਥ ਕਦੋਂ ਹੋਈ ਸੀ? 1948 ਦੇ ਵਿੱਚ। ਹੁਣ ਇੱਕ ਨਾ ਬੜੀ ਇੰਟਰਸਟਿੰਗ ਕਹਾਣੀ ਸਮਝਾਉਣਾ ਮੈਂ, ਇਹਨੂੰ ਸਮਝਣਾ। ਇੱਥੇ ਲਿਖੀ ਨਹੀਂ ਹੈ ਕਿਉਂਕਿ ਲਿਖਣ ਜੋਗੇ ਨਹੀਂ ਸੀ ਚੀਜ਼ਾਂ ਉਹ। ਹੁਣ ਸੁਣਨਾ ਬੜੇ ਧਿਆਨ ਨਾਲ। ਦੇਖੋ, ਜਿਹੜਾ ਆਪਣਾ ਸੰਵਿਧਾਨ ਹੈ ਨਾ, ਇਹ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀਗਾ। 1949 ਨੂੰ ਬਣ ਕੇ ਤਿਆਰ ਹੋ ਗਿਆ ਸੀਗਾ, ਬਟ ਆਪਾਂ ਇਹਨੂੰ ਲਾਗੂ ਕੀਤਾ ਸੀਗਾ 26 ਜਨਵਰੀ 1950 ਨੂੰ। ਕਦੋਂ ਲਾਗੂ ਕੀਤਾ? 26 ਜਨਵਰੀ 1950 ਨੂੰ। ਇਹ ਕਿਉਂ? ਬੜੇ ਧਿਆਨ ਨਾਲ ਸੁਣਨਾ। ਸਾਲ 1929 ਦੀ ਗੱਲ ਹੈ। ਆਪਣੇ ਨਾ, ਇੱਕ ਸੈਕਿੰਡ, 1929 ਦੇ ਵਿੱਚ ਲਾਹੌਰ ਸੈਸ਼ਨ ਹੋਇਆ। ਕੀ ਹੋਇਆ ਜੀ? ਲਾਹੌਰ ਸੈਸ਼ਨ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਪ੍ਰਧਾਨਗੀ ਕੀਤੀ। ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ, ਕੀ ਕਿਹਾ ਉਹਨਾਂ ਨੇ ਕਿਹਾ ਪੂਰਨ ਸਵਰਾਜ ਕਿ ਸਾਨੂੰ ਅੰਗਰੇਜ਼ਾਂ ਤੋਂ ਪੂਰੀ ਆਜ਼ਾਦੀ ਚਾਹੀਦੀ ਹੈ। ਸਾਨੂੰ ਕੱਲਾ ਕੀ ਨਹੀਂ ਚਾਹੀਦਾ? ਡੋਮੀਨੀਅਨ ਸਟੇਟਸ ਨਹੀਂ ਚਾਹੀਦਾ। ਜਦੋਂ ਇੰਨੀ ਗੱਲ ਹੋਈ ਨਾ, ਫਿਰ ਇਹਨਾਂ ਨੇ ਅਗਲੇ ਸਾਲ
26 जनवरी 1930 26 जनवरी 1930 ਨੂੰ ਰਾਵੀ ਨਦੀ ਦੇ ਕਿਨਾਰੇ ਲਾਹੌਰ ਦੇ ਵਿੱਚ ਤਿਰੰਗਾ ਝੰਡਾ ਲਹਿਰਾਇਆ ਤੇ ਕਿਹਾ ਆਪਾਂ ਅੱਜ ਤੋਂ ਹੈਗੇ ਆ ਆਜ਼ਾਦ, ਆਪਾਂ ਅੱਜ ਤੋਂ ਕੀ ਹੈ ਆਜ਼ਾਦ ਹੈ। ਫਿਰ ਉਸ ਤੋਂ ਬਾਅਦ ਆ ਆਪਾਂ ਆਪਣੀ ਡਿਮਾਂਡ ਕੀ ਰਹੇਗੀ ਹਮੇਸ਼ਾ ਪੂਰਨ ਸਵਰਾਜ ਦੀ, ਤੇ ਨਹਿਰੂ ਜੀ ਕਹਿੰਦੇ ਇਸ ਕਰਕੇ ਆਪਾਂ ਆਪਣਾ ਸੰਵਿਧਾਨ ਕਦੋਂ ਅਡੋਪਟ ਕਰਾਂਗੇ 26 ਜਨਵਰੀ 1950 ਨੂੰ। ਠੀਕ ਹੈ ਜੀ, ਫੰਡਾ ਕਲੀਅਰ ਹੋ ਗਿਆ ਹੋਏਗਾ, ਸਿੰਪਲ ਗੱਲ ਹੈ, ਕੋਈ ਬਾਲੀ ਹਾਈਫਾਈ ਸਾਇੰਸ ਤਾਂ ਮੈਂ ਲਗਾਈ ਨਹੀਂ ਇਹਦੇ ਵਿੱਚ। ਹੁਣ ਆਪਾਂ ਅਗਲਾ ਕੰਸੈਪਟ ਸਮਝਦੇ ਹਾਂ। ਹੁਣ ਇਹ ਵੀ ਤੁਹਾਡੇ ਮੈਂਬਰਸ ਵੀ ਦੇਖੋ 26 ਨਵੰਬਰ 1949 ਨੂੰ ਆਪਾਂ ਕੁਝ ਪੁਆਇੰਟ ਅਡੋਪਟ ਕਰ ਲਏ ਸੀਗੇ। ਉਹਦੇ ਵਿੱਚ ਇੱਕ ਪ੍ਰੀਐਂਬਲ ਸੀ, ਪ੍ਰੀਐਂਬਲ ਕਰਵਾਉਂਗਾ ਅੱਗੇ ਜਾ ਕੇ, 395 ਆਰਟੀਕਲ ਤੇ 8 ਸ਼ਡਿਊਲ। ਇਹ ਵੀ ਸਾਰਾ ਸਮਝਾਉਂਗਾ, ਘਬਰਾਹਟ ਨਹੀਂ ਪਾਣੀ, ਆਰਟੀਕਲ ਕੀ ਹੁੰਦੇ ਸ਼ਡਿਊਲ ਕੀ ਹੁੰਦੇ ਆ, ਹੁਣੇ ਆਏਗਾ, ਬਸ ਹੌਸਲਾ ਰੱਖਦੇ ਰਹਿਣਾ। ਠੀਕ ਹੈ, ਚਲੋ ਹੁਣ ਅਗਲੀ ਚੀਜ਼ ਸਮਝੀਏ। ਕੁਝ ਇੰਪੋਰਟੈਂਟ ਫੈਕਟ ਹੈ, ਫਿਰ ਮੈਂ ਉਹ ਵੀ ਸਮਝਾਉਣਾ ਜਿਹੜੇ ਪਿਛਲੇ ਕਰਵਾਏ ਤੁਹਾਨੂੰ ਮੈਂ। ਦੇਖੋ ਆਪਣੇ ਦੇਸ਼ ਦਾ ਸੰਵਿਧਾਨ ਇੰਨਾ ਬੜਾ ਸੀਗਾ ਤੇ ਆਪਾਂ ਆਪਣੀ ਕੌਂਸਟੀਟਿਊਂਟ ਅਸੈਂਬਲੀ ਦਾ ਕੁਛ ਨਾ ਕੁਛ ਸਿੰਬਲ ਵੀ ਰੱਖਣਾ ਸੀਗਾ, ਤੇ ਆਪਾਂ ਆਪਣੀ ਕੌਂਸਟੀਟਿਊਂਟ ਅਸੈਂਬਲੀ ਦਾ ਸਿੰਬਲ ਕੀ ਰੱਖਿਆ ਐਲੀਫੈਂਟ। ਕੀ ਰੱਖਿਆ ਜੀ ਐਲੀਫੈਂਟ। ਪੇਪਰ 'ਚ ਪੁੱਛਿਆ ਜਾਂਦਾ ਹੈ ਕੌਂਸਟੀਟਿਊਂਟ ਅਸੈਂਬਲੀ ਦੇ ਐਡਵਾਈਜ਼ਰ ਕੌਣ ਸੀਗੇ। ਕੌਂਸਟੀਟਿਊਂਟ ਅਸੈਂਬਲੀ ਦੇ ਐਡਵਾਈਜ਼ਰ ਰੱਖਿਆ ਆਪਾਂ ਸਰ ਬੀ ਐਨ ਰਾਓ। ਕਿਹਨਾਂ ਨੂੰ ਰੱਖਿਆ ਜੀ ਸਰ ਬੀ ਐਨ ਰਾਓ ਨੂੰ। ਸੈਕਟਰੀ ਕੌਣ ਸੀਗੇ ਐਚ ਵੀ ਆਰ ਅਯੰਗਰ, ਐਚ ਵੀ ਆਰ ਅਯੰਗਰ। ਤੇ ਚੀਫ ਡਰਾਫਟਸਮੈਨ ਮਤਲਬ ਪੂਰਾ ਡਰਾਫਟ ਕਿਹਨੇ ਤਿਆਰ ਕੀਤਾ, ਪੂਰੀ ਕਿਤਾਬ ਕਿਹਨੇ ਤਿਆਰ ਕੀਤੀ ਸੰਵਿਧਾਨ ਦੀ, ਐਸ ਐਨ ਮੁਖਰਜੀ, ਐਸ ਐਨ ਮੁਖਰਜੀ ਨੇ। ਹੁਣ ਸੁਣੋ ਕੈਲੀਗ੍ਰਾਫਰ, ਕੈਲੀਗ੍ਰਾਫਰ ਮਤਲਬ ਜੋ ਲਿਖਦਾ ਹੈ, ਰਾਈਟਰ, ਰਾਈਟਿੰਗ ਆਪਣੀ ਹੈਂਡ ਰਾਈਟਿੰਗ ਜੋ ਲਿਖਦਾ ਉਹਨੂੰ ਕਹਿੰਦੇ ਕੈਲੀਗ੍ਰਾਫਰ। ਦੀ ਰਾਈਟਿੰਗ ਬਹੁਤ ਸੋਹਣੀ ਹੁੰਦੀ ਹੈ, ਅਲੱਗ-ਅਲੱਗ ਸਟਾਈਲ ਲਿਖ ਸਕਦਾ ਹੈ। ਪੇਪਰ 'ਚ ਪੁੱਛਿਆ ਜਾਏਗਾ ਜਿਹੜਾ ਤੁਹਾਡਾ ਇੰਗਲਿਸ਼ ਵਿੱਚ ਸੰਵਿਧਾਨ ਕਿਹਨੇ ਲਿਖਿਆ ਸੀਗਾ, ਪ੍ਰੇਮ ਬਿਹਾਰੀ ਨਾਰਾਇਣ ਰਾਇਜ਼ਾਦਾ। ਇੰਗਲਿਸ਼ ਕੈਲੀਗ੍ਰਾਫਰ ਕੌਣ ਸੀਗਾ ਪ੍ਰੇਮ ਬਿਹਾਰੀ ਨਾਰਾਇਣ ਰਾਇਜ਼ਾਦਾ, ਤੇ ਹਿੰਦੀ ਕੈਲੀਗ੍ਰਾਫਰ ਸੀਗਾ ਵਸੰਤ ਕ੍ਰਿਸ਼ਨ ਵੈਦਿਓ, ਵਸੰਤ ਕ੍ਰਿਸ਼ਨ ਵੈਦਿਓ। ਹੁਣ ਦੇਖੋ ਇੱਕ ਚੀਜ਼ ਸਮਝਣਾ, ਤੁਹਾਨੂੰ ਆਰਟੀਕਲ ਤੇ ਨਾ ਮੈਂ ਬੜੇ ਧਿਆਨ ਨਾਲ ਸਿੰਪਲ ਜਿਹਾ ਕੰਸੈਪਟ ਸਮਝਾਉਂਦਾ। ਦੇਖੋ ਸੰਵਿਧਾਨ ਆਪਣਾ ਜਿਹੜਾ ਕੌਂਸਟੀਟਿਊਸ਼ਨ ਹੈ ਨਾ, ਕੌਂਸਟੀਟਿਊਸ਼ਨ ਬੇਸਿਕਲੀ ਇੱਕ ਕਿਤਾਬ ਹੈ। ਕੌਂਸਟੀਟਿਊਸ਼ਨ ਕੀ ਹੈ ਇੱਕ ਕਿਤਾਬ ਹੈ। ਇਸ ਕਿਤਾਬ ਦੇ ਵਿੱਚ ਅਲੱਗ-ਅਲੱਗ ਚੈਪਟਰ ਹੈ। ਹੁਣ ਇਹਨਾਂ ਚੈਪਟਰ ਨੂੰ ਕੀ ਕਹਿ ਦਿੰਦਾ ਮੈਂ ਇੱਥੇ, ਸੰਵਿਧਾਨ ਦੀ ਲੈਂਗੁਏਜ ਆਪਾਂ ਕਹਿੰਦੇ ਹਾਂ ਪਾਰਟਸ। ਸੰਵਿਧਾਨ ਨੂੰ ਕੀ ਕਹਿੰਦੇ ਆਪਾਂ ਪਾਰਟਸ। ਤੇ ਇਹਦੇ ਵਿੱਚ ਹਰ ਇੱਕ ਚੈਪਟਰ ਦੇ ਵਿੱਚ ਜਿਵੇਂ ਅਲੱਗ-ਅਲੱਗ ਪੇਜਿਸ ਹੁੰਦੇ ਆ ਨਾ, ਉਸੇ ਤਰ੍ਹਾਂ ਇੱਥੇ ਪੇਜਿਸ ਨੂੰ ਮੈਂ ਕੀ ਕਿਹਾ ਆਰਟੀਕਲ, ਪੇਜਿਸ ਨੂੰ ਮੈਂ ਕੀ ਕਿਹਾ ਵਾ ਆਰਟੀਕਲਸ, ਸਿੰਪਲ। ਫਿਰ ਤੀਜਾ ਆਉਂਦਾ ਸ਼ਡਿਊਲ। ਚਲ ਸ਼ਡਿਊਲ ਜਦੋਂ ਤੁਹਾਨੂੰ ਚੈਪਟਰ ਆਊਗਾ ਨਾ ਪੂਰਾ ਤਦ ਹੀ ਸਮਝਾਊਂਗਾ ਸ਼ਡਿਊਲ ਕੀ ਹੁੰਦਾ ਵਾ। ਠੀਕ ਹੈ, ਅੱਜ ਦਾ ਆਪਣਾ ਆਹ ਚੈਪਟਰ ਸੀਗਾ ਮੇਕਿੰਗ ਆਫ ਕੌਂਸਟੀਟਿਊਸ਼ਨ, ਈਜ਼ੀ ਚੈਪਟਰ ਸੀਗਾ, ਇਸ ਨੂੰ ਯਾਦ ਕਰਨਾ। ਅਗਲੇ ਲੈਕਚਰ 'ਚ ਤੁਹਾਨੂੰ ਮੈਂ ਇਹਦੇ MCQs ਕਰਵਾਊਂਗਾ ਤੇ ਨਾਲ ਆਪਾਂ ਅਗਲਾ ਚੈਪਟਰ ਸ਼ੁਰੂ ਕਰਾਂਗੇ। ਕੋਈ ਡਾਊਟ ਹੋਇਆ ਜਦੋਂ ਮਰਜ਼ੀ ਪੁੱਛ ਲੈਣਾ। ਠੀਕ ਹੈ, ਥੈਂਕ ਯੂ।